ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਦੇਸੀ ਰੰਗ ਸ਼ੋਅ ਦੇ ਵਿੱਚ ਬਹੁਤ ਨਿੱਘਾ ਸਵਾਗਤ। ਸ਼ੁੱਕਰਵਾਰ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋ ਚੁੱਕੀ ਹਾਂ ਜੀ। ਤੇ ਸ਼ੁੱਕਰਵਾਰ ਨੂੰ ਸਾਡੀ ਕੋਸ਼ਿਸ਼ ਹੁੰਦੀ ਆ ਕਿ ਬਾਈ ਵੀਕਲੀ ਟਰੈਕਿੰਗ ਦੇ ਨਾਲ ਰਿਲੇਟਡ ਪ੍ਰੋਗਰਾਮ ਲੈ ਕੇ ਆਈਏ, ਕਿਉਂਕਿ ਦੁਨੀਆ ਭਰ ਦੇ ਵਿੱਚ ਜੇ ਆਪਾਂ ਗੱਲਬਾਤ ਕਰੀਏ ਨਾ, ਖਾਸ ਕਰਕੇ ਪੰਜਾਬੀ ਕਮਿਊਨਿਟੀ ਨੇ ਬੜਾ ਵੱਡਾ ਨਾਮ ਬਣਾਇਆ ਟਰੈਕਿੰਗ ਇੰਡਸਟਰੀ ਦੇ ਵਿੱਚ। ਤੇ ਜੇ ਨਾਰਥ ਅਮਰੀਕਾ ਦੀ ਗੱਲਬਾਤ ਕਰੀਏ, ਜਿੱਥੇ ਅਸੀਂ ਰਹਿ ਰਹੇ ਹਾਂ ਇਸ ਟਾਈਮ, ਕੈਨੇਡਾ ਦੀ ਗੱਲਬਾਤ ਕਰੀਏ, ਬਹੁਤ ਮੱਲਾਂ ਮਾਰੀਆਂ। ਔਰ ਜਿੱਥੇ ਮੱਲਾਂ ਮਾਰੀਆਂ ਨਾ, ਤੇ ਬਹੁਤ ਇੱਦਾਂ ਦੇ ਕੰਮ ਵੀ ਹੋ ਜਾਂਦੇ ਆ ਕਈ ਵਾਰ ਜਦੋਂ ਸ਼ੁਰੂਆਤ ਕਰਦੇ ਹਾਂ ਕਿ ਸਾਡੀ ਨਾ ਪਲੈਨਿੰਗ ਨਹੀਂ ਸਹੀ ਹੁੰਦੀ ਗੀ। ਜਿਹਦੇ ਪਲੈਨਿੰਗ ਠੀਕ ਨਾ ਹੋਵੇ ਨਾ, ਤੇ ਬੜੇ ਨੁਕਸਾਨ ਹੋ ਜਾਂਦੇ ਆ। ਸਾਲ 2 ਸਾਲ ਤੁਸੀਂ ਟਰੱਕਿੰਗ ਕੰਪਨੀ ਚਲਾਉਂਦੇ ਹੋ ਤੇ ਉਸ ਤੋਂ ਬਾਅਦ ਬੰਦ ਕਰਨੀ ਪੈ ਜਾਂਦੀ ਆ। ਕਿਉਂ ਕਰਨੀ ਪੈਂਦੀ ਆ, ਹੈ ਨਾ? ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਦੇ ਹੁੰਦੇ ਹਾਂ ਪ੍ਰੋਗਰਾਮ ਦੇ ਵਿੱਚ। ਪਿਛਲੇ ਵੀਕ ਵੀ ਕੀਤਾ ਸੀਗਾ। ਸਾਡੇ ਬੜੇ ਹੀ ਸਤਿਕਾਰਯੋਗ ਕਮਿਊਨਿਟੀ ਦੇ ਵਿੱਚ ਹਰਜੀਤ ਸਿੱਧੂ ਸਾਹਿਬ ਸਮਾਰਟ ਟਰੈਕਿੰਗ ਕੰਸਲਟੈਂਟ ਤੋਂ ਸਟੂਡੀਓ ਵਿੱਚ ਆਏ ਸੀ। ਕਿਸ ਤਰ੍ਹਾਂ ਟਰੈਕਿੰਗ ਕੰਪਨੀ ਜਾਂ ਕੰਪਨੀ ਕਿਸ ਤਰ੍ਹਾਂ ਓਪਨ ਕਰਨੀ ਆ, ਸੋ ਉਹ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਸੀ ਅਸੀਂ ਕਿ ਪਹਿਲਾ ਜਿਹੜਾ ਸ਼ੁਰੂਆਤ ਕੀ ਚੀਜ਼ ਹੁੰਦੀ ਆ। ਹੁਣ ਆਪਾਂ ਸੈਕੰਡ ਸਟੈਪ 'ਤੇ ਜਾਵਾਂਗੇ। ਉਹ ਗੱਲਾਂ ਬਾਤਾਂ ਕਰਾਂਗੇ ਕਿ ਕਿਸ ਤਰ੍ਹਾਂ ਅਸੀਂ ਤਰੱਕੀ ਕਰਨੀ ਆ, ਕਿਸ ਤਰ੍ਹਾਂ ਅਸੀਂ ਜਿਹੜੀਆਂ ਅਥਾਰਟੀਜ਼ ਲੈਣੀਆਂ ਉਹ ਕਿੱਥੋਂ ਦੀਆਂ ਹੋਣੀਆਂ ਚਾਹੀਦੀਆਂ, ਕੀ ਪਲੈਨਿੰਗ ਹੋਣੀ ਚਾਹੀਦੀ ਹੈ, ਲੋਡ ਕਿਸ ਤਰ੍ਹਾਂ ਅਸੀਂ, ਕਿੰਨਾ ਰੇਟ ਹੋਣਾ ਚਾਹੀਦਾ, ਸਾਡੇ ਐਕਸਪੈਂਸ ਕਿੰਨੇ ਆ। ਉਹ ਸਾਰੀਆਂ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ ਵਿੱਚ ਕਰਾਂਗੇ। ਤੇ ਤੁਹਾਡਾ ਵੀ ਕੋਈ ਸਵਾਲ ਹੋਇਆ, ਸਟੂਡੀਓ ਦੇ ਨੰਬਰ 905-673-9700। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ ਆਖਦੇ ਹਾਂ। ਸਿੱਧੂ ਸਾਹਿਬ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ, ਤੁਹਾਡਾ ਇੱਕ ਵਾਰੀ ਫੇਰ ਤੇ ਪੰਜਾਬ ਟੀਵੀ ਦਾ ਬਹੁਤ ਸ਼ੁਕਰੀਆ ਜੀ, ਤੁਸੀਂ ਮੈਨੂੰ ਮੌਕਾ ਦਿੱਤਾ ਜੀ। ਤੇ ਮੈਂ ਆਪਣੇ ਜਿੰਨੀ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇ ਸਕਦਾ ਜ਼ਰੂਰ ਦੇਵਾਂਗਾ ਜੀ। ਬਿਲਕੁਲ ਜੀ ਆਇਆਂ ਨੂੰ। ਤੇ ਮੈਂ ਚਾਹੁੰਦਾ ਕਿ ਮੈਨੂੰ ਵੀ ਜਾਣਕਾਰੀ ਮਿਲ ਜਾਵੇ, ਕਿਉਂਕਿ ਜ਼ਰੂਰੀ ਆ। ਜਦੋਂ ਤੁਸੀਂ ਸ਼ੋਅ ਕਰਦੇ ਆ ਨਾ, ਕੁਝ ਕੁ ਚੀਜ਼ਾਂ ਬੇਸਿਕ ਹੁੰਦੀਆਂ ਜੀ। ਤੇ ਜਿਹੜੀ ਟਰੱਕਿੰਗ, ਮੈਂ ਕਹਿੰਦਾ ਉਹਨਾਂ ਦੀ ਟਰੱਕਿੰਗ ਵਾਲੇ ਜਿਹੜੇ ਵੀਰ ਟਰੱਕ ਚਲਾਉਂਦੇ ਆ, ਮਿਹਨਤ ਕਰਦੇ ਆ, ਉਹਨਾਂ ਨੇ ਨਾਲ ਹੀ ਆਪਣਾ ਸਾਰਾ ਸਰਕਲ, ਵੱਡਾ ਸਰਕਲ ਚੱਲਦਾ ਬਾਈ ਜੀ। ਰੀਅਲ ਸਟੇਟ ਲੈ ਲਓ ਜਾਂ ਹੋਰ ਲੈ ਲਓ, ਹੈ ਨਾ? ਤੇ ਹਮੇਸ਼ਾ ਅਰਦਾਸ ਕਰਨੀ ਚਾਹੀਦੀ ਹੈ, ਜਿਹੜੇ ਆਪਾਂ ਨੂੰ ਰੋਜੀ ਰੋਟੀ ਦਿੰਦੇ ਆ। ਮੈਂ ਕਹਿੰਦਾ ਹੁੰਦਾ ਜੀ, ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦਾ, ਹੈ ਨਾ? ਤੇ ਬਰਾੜ ਸਾਹਿਬ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਜੀ। ਟਰੱਕਿੰਗ ਇੰਡਸਟਰੀ ਕਿੱਡੀ ਵੱਡੀ ਇੰਡਸਟਰੀ ਹੈ। ਮੈਂ ਤਾਂ ਇਹ ਕਹਿੰਦਾ ਕਿ ਨਾਰਥ ਅਮਰੀਕਾ ਦੀ ਸਭ ਤੋਂ ਵੱਡੀ ਇੰਡਸਟਰੀ ਹੈ ਜੀ। ਔਰ ਜਦੋਂ ਆਪਾਂ ਟਰੱਕਿੰਗ ਇੰਡਸਟਰੀ ਕਰਦੇ ਹਾਂ, ਕਈ ਵਾਰੀ ਆਪਾਂ ਬੜੀ ਛੋਟੀ ਪਿਕਚਰ ਮਾਈਂਡ 'ਚ ਲੈ ਕੇ ਚੱਲਦੇ ਹਾਂ ਕਿ ਜੀ ਸਿਰਫ ਟਰੱਕ ਚਲਾਉਣਾ ਜਾਂ ਟਰੱਕ ਡਰਾਈਵਰ ਉਹੀ ਟਰੱਕਿੰਗ ਇੰਡਸਟਰੀ ਹੈ। ਇਹਦੇ ਨਾਲ ਜੁੜੀਆਂ ਕਿੰਨੀਆਂ ਹੋਰ ਇੰਡਸਟਰੀਜ਼ ਹੈ ਜੀ। ਤੁਸੀਂ ਦੇਖੋ, ਟਰੱਕ ਡੀਲਰਸ਼ਿਪ ਹੈ, ਟਰੱਕਾਂ ਦੀ ਰਿਪੇਅਰ ਸ਼ਾਪਸ ਹੈ, ਠੀਕ ਹੈ, ਟਰੱਕ ਫਾਈਨੈਂਸਿੰਗ ਹੈ, ਇਹਦੇ ਨਾਲ ਕਿੰਨਾ ਹੀ ਕੁਝ ਜੁੜਿਆ ਹੋਇਆ। ਇਹ ਸਾਰਾ ਇੰਟਰ ਰਿਲੇਟਡ ਹੈ ਜੀ। ਔਰ ਟਰੱਕਿੰਗ ਇੰਡਸਟਰੀ ਬੇਸਿਕਲੀ ਨਾਰਥ ਅਮਰੀਕਾ ਦੀ ਇਕੋਨਮੀ ਦੀ ਬੈਕਬੋਨ ਹੈ ਜੀ। ਔਰ ਇਹਦੇ ਅਰਾਊਂਡ ਹੀ ਸਾਰੀ ਇਕੋਨਮੀ ਰਿਵੋਲਵ ਕਰਦੀ ਹੈ ਜੀ। ਬਿਲਕੁਲ। ਤੁਸੀਂ ਦੇਖੋ, ਆ ਕੋਵਿਡ ਦੌਰਾਨ, ਹੈ ਨਾ, ਤੇ ਫਸਟ ਮਤਲਬ ਕਹਿੰਦੇ ਹੁੰਦੇ ਵੀ ਇਹਨਾਂ ਨੇ ਆਪਣੀ ਜੌਬ ਉਸੇ ਤਰ੍ਹਾਂ ਕਰਦੇ ਰਹੇ। ਹਰ ਬੰਦੇ ਆਪਾਂ ਡਰ ਕੇ ਘਰਾਂ ਦੇ ਵਿੱਚ ਬੈਠ ਗਏ, ਪਰ ਇਹਨਾਂ ਨੇ ਕਹਿੰਦੇ ਨੇ ਸੂਰਮੇ ਮੈਂ ਕਹੂੰਗਾ ਜੀ, ਹੈ ਨਾ? ਅਮਰੀਕਾ ਵੀ ਜਾਣਾ, ਵਾਪਸ ਵੀ ਆਉਣਾ, ਹੈ ਨਾ? ਪੂਰੀ ਜਾਨ ਤਲੀ ਤੇ ਰੱਖ ਕੇ ਮਤਲਬ ਲੋਕਾਂ ਦੀ ਸੇਵਾ ਕੀਤੀ ਕਹਾਂਗੇ ਜੀ। ਠੀਕ ਹੈ, ਰੋਜੀ ਰੋਟੀ ਪਰਿਵਾਰ ਲਈ ਕਮਾਉਣ ਲਈ ਸਾਰੇ ਮਿਹਨਤ ਕਰਦੇ ਆ, ਪਰ ਡਰ ਗਏ ਸੀ ਸਾਰੇ। ਪਰ ਇਹਨਾਂ ਨੇ ਫਿਰ ਆਪਣਾ ਜਿਹੜੀ ਜ਼ਿੰਮੇਵਾਰੀ ਬਹੁਤ ਹੀ ਬੇਖੂਬੀ ਨਿਭਾਈ, ਤੇ ਸਲੂਟ ਹੈ ਇਹਨਾਂ ਸਾਰਿਆਂ ਨੂੰ ਜੀ। ਬਿਲਕੁਲ ਜੀ। ਰੋਜ਼ੀ ਰੋਟੀ ਤਾਂ ਆਪਾਂ ਸਾਰੇ ਕਮਾਉਂਦੇ ਹਾਂ ਜੀ, ਪਰ ਜਦੋਂ ਮੁਸ਼ਕਿਲ ਦੇ ਵਿੱਚ ਵੀ ਸਾਰੀ ਚੀਜ਼ਾਂ ਨੂੰ ਆਪਣੀ ਸਾਰਾ ਕੁਝ ਆਪਣਾ ਦਾਅ 'ਤੇ ਲਾ ਕੇ ਆਪਣੀ ਸਾਰੀ ਚੇਨ ਨੂੰ ਘੁਮਾਉਣਾ, ਸਾਰੀ ਜਿਹੜੀ ਆਪਣੀ ਫੂਡ ਸਪਲਾਈ ਚੇਨ ਹੈ ਉਹਨੂੰ ਸਾਰਿਆਂ ਨੂੰ ਮੇਨਟੇਨ ਰੱਖਣਾ ਜੀ, ਇਹ ਵਾਕਈ ਸਲੂਟ ਦਾ ਜੀ ਇਹਨਾਂ ਨੂੰ ਜੀ। ਤੇ ਹੁਣ ਆਪਾਂ ਗੱਲਬਾਤ ਕਰਨੀ ਹੈ ਕਿ ਪਿਛਲੀ ਵਾਰ ਕੰਪਨੀ ਤਾਂ ਆਪਾਂ ਖਲਵਾ ਲਈ ਸੀ ਜੀ। ਹਾਂਜੀ, ਠੀਕ ਹੈ। ਉਹ ਕੰਪਨੀ ਕਿਹੜੀ ਖਿਲਾਉਣੀ, ਓਨਟਾਰੀਓ ਵਾਈਜ਼, ਕੈਨੇਡਾ ਵਾਈਡ ਜਾਂ ਕੀ ਆ, ਉਹ ਸਾਰਾ ਕੁਝ ਆਪਾਂ ਗੱਲਬਾਤ ਕਰ ਲਈ ਸੀ। ਹੁਣ ਅਗਲੇ ਸਟੈਪ 'ਤੇ ਜਾਣਾ ਹੈ, ਜਿਹੜੀ ਪਲੈਨਿੰਗ ਹੋਣੀ ਬਹੁਤ ਜ਼ਰੂਰੀ ਆ। ਠੀਕ ਹੈ ਜੀ, ਉਹ ਪਲੈਨਿੰਗ ਦੀ ਗੱਲਬਾਤ ਕਰਨੀ ਆ। ਤੇ ਥੋੜ੍ਹਾ ਜਿਹਾ ਮੈਂ ਚਾਹੁੰਦਾ ਤੁਹਾਡੇ ਤੋਂ ਰਾਜਨੀਤੀ ਬਾਰੇ ਵੀ ਪੁੱਛ ਲਈਏ, ਕਿਉਂਕਿ ਨਾਲ ਮਿਕਸ ਜਿਹਾ ਰੱਖੀਏ, ਕਿਉਂਕਿ ਤੁਹਾਡੇ ਕੋਲੇ ਜਿਹੜੇ ਵੀਰ ਆਉਂਦੇ ਹੋਣੇ ਬਾਈ ਟਰੱਕਾਂ ਵਾਲੇ ਹੈ, ਤੇ ਉਹ ਰਾਜਨੀਤੀ ਦੀਆਂ ਗੱਲਾਂ ਕਰਦੇ ਨੇ। ਇਲੈਕਸ਼ਨ ਦੀ ਵੀ ਗੱਲ ਦੱਸੋ ਮਾੜੀ ਜੀ ਮੈਨੂੰ, ਫਿਰ ਉਦੋਂ ਬਾਅਦ ਨਾਲ ਆਪਣੇ ਟੌਪਿਕ ਤੇ ਆ ਜਾਂਦੇ ਆ। ਇਲੈਕਸ਼ਨਸ ਦਾ ਇੱਕ ਹੌਟ ਟੌਪਿਕ ਹੈ ਜੀ। ਜਿਹੜਾ ਵੀ ਕੋਈ ਕਲਾਇੰਟ ਆਉਂਦਾ, ਚਾਹੇ ਆਫਿਸ ਆਉਂਦਾ, ਚਾਹੇ ਫੋਨ ਤੇ ਆਉਂਦਾ, ਉਹ ਵਿੱਚੋਂ ਘੁੰਮ ਫਿਰ ਕੇ ਗੱਲ ਇਲੈਕਸ਼ਨਾਂ ਦੇ ਤੇ ਆ ਹੀ ਜਾਂਦੀ ਹੈ ਜੀ। ਆਪਣੀ ਉਹਨਾਂ ਨੂੰ ਸ਼ਾਇਦ ਇੰਨੀ ਨੌਲੇਜ ਨਾ ਹੋਵੇ ਇੰਡਸਟਰੀ ਦੀ, ਬਟ ਇਲੈਕਸ਼ਨਾਂ ਬਾਰੇ ਉਹ ਕਾਫੀ ਅਵੇਅਰ ਹੈ ਆਪਣੀ ਕਮਿਊਨਿਟੀ। ਮੈਂ ਦੇਖਿਆ ਉਹ ਕਾਫੀ ਲੋਕੀ ਐਨਥੂਜ਼ੀਆਜ਼ਮ ਉਹਨਾਂ ਨੂੰ, ਔਰ ਪੂਰਾ ਪਾਰਟਿਸਿਪੇਟ ਕਰਦੇ ਉਹਦੇ 'ਚ। ਅੱਛਾ, ਜਿੱਦਾਂ ਨਾ ਆਪਣੇ ਪੰਜਾਬੀਆਂ ਦੇ ਸੁਭਾਅ ਦੇ ਵਿੱਚ, ਖੂਨ ਦੇ ਵਿੱਚ ਟਰੱਕਾਂ ਨਾਲ ਪਿਆਰ ਆ, ਤੇ ਰਾਜਨੀਤੀ ਨਾਲ ਵੀ ਇਦਾਂ ਹੀ ਪਿਆਰ ਆ, ਹੈ ਨਾ? ਪੂਰਾ ਟਰੂਡੋ ਸਾਹਿਬ ਨੇ ਆਹ ਕਰਤਾ, ਐਰਨੋ ਟੂਲ ਆਹ ਕਰ ਗਿਆ, ਜਗਮੀਤ ਸਿੰਘ ਟਿਕਟੋਕ ਤੇ ਤੁਰਿਆ।
ਜੇ ਬਰਾਬਰ ਹੀ ਹੈ ਜੀ ਦੋਨੋਂ। ਮੈਂ ਕਹੂੰਗਾ ਜਿੰਨਾ ਟਰੱਕਿੰਗ ਇੰਡਸਟਰੀ ਨਾਲ ਉਹਨਾਂ ਨੂੰ ਪਿਆਰ ਹੈ ਉਸ ਤੋਂ ਥੋੜਾ ਬਹੁਤਾ ਵੱਧ ਹੀ ਹੋ ਸਕਦਾ, ਰਾਜਨੀਤੀ ਨਾਲ ਘੱਟ ਨਹੀਂ ਹੈ। ਬਟ ਇਟਸ ਗੁੱਡ ਕਿ ਪਾਰਟਿਸਿਪੇਟ ਕਰਨਾ ਹੈ, ਡੈਮੋਕ੍ਰੇਸੀ ਦੇ ਤੁਸੀਂ ਇਨਵੋਲਵ ਹੋਣਾ, ਤੁਹਾਨੂੰ ਪਤਾ ਹੋਏ ਕਿ ਕੀ ਹੋ ਰਿਹਾ ਤੁਹਾਡੇ ਅਰਾਊਂਡ, ਤੇ ਇਟ ਇਜ਼ ਗੁੱਡ। ਚੰਗੀ ਗੱਲ ਹੈ ਜੀ, ਹੈ ਨਾ, ਆਸਾ ਪਾਸਾ ਦੇਖ ਕੇ। ਤੇ ਤਾਂ ਹੀ ਇਹ ਮੈਂ ਸਵਾਲ ਪੁੱਛਿਆ ਜੀ, ਇਹੀ ਤਾਂ ਪਲੈਨਿੰਗ ਹੁੰਦੀ ਆ ਕਿ ਕਿਹੜੀ ਸਰਕਾਰ ਜਾਂ ਕਿਹੜੀ ਪਾਰਟੀ ਕਿਸ ਤਰ੍ਹਾਂ ਦੀਆਂ ਤੁਹਾਨੂੰ ਸਹੂਲਤਾਂ ਦੇ ਰਹੀ ਆ, ਕਿਸ ਤਰ੍ਹਾਂ ਦੀਆਂ ਸਬਸਿਡੀਜ਼ ਦੇ ਰਹੀ ਆ, ਹੈ ਨਾ। ਕਿਉਂਕਿ ਹਰ ਚੀਜ਼ ਤਾਂ ਹੀ ਹੋਊਗੀ ਬਾਈ ਜੀ ਜੇ ਅਸੀਂ ਆਸਾ ਪਾਸਾ ਦੇਖਾਂਗੇ, ਹੈ ਨਾ। ਤੇ ਹੁਣ ਜਿਹੜਾ ਸਮਾਂ ਇਹ 20 ਸਤੰਬਰ ਨੂੰ ਇਲੈਕਸ਼ਨ ਹੋ ਰਹੀ ਹੈ ਦੋਸਤੋ, ਜ਼ਰੂਰ ਜਿੱਦਾਂ ਆਪਾਂ ਹਰ ਚੀਜ਼ ਨੂੰ ਕਹਿੰਦੇ ਆ ਨਾ, ਘਰਾਂ ਨੂੰ ਇਹ ਪਾਰਟੀ ਦੀਆਂ ਇਹ ਪਲਾਨ ਆ, ਇਸੇ ਤਰ੍ਹਾਂ ਜ਼ਰੂਰ ਦੇਖਿਆ ਕਰੋ ਟਰੱਕਿੰਗ ਇੰਡਸਟਰੀ ਦੇ ਨਾਲ ਕੀ ਪਲਾਨਸ ਹੈਗੇ ਆ। ਸਿੱਧੂ ਸਾਹਿਬ, ਹੁਣ ਪਲੈਨਿੰਗ ਦੀ ਗੱਲ ਕਰਨੀ ਆ ਆਪਾਂ। ਜਦੋਂ ਆਪਾਂ ਕੰਪਨੀ ਖਿਲਾ ਲੈਂਦੇ ਹਾਂ, ਉਸ ਤੋਂ ਬਾਅਦ ਉਹ ਕਿਹੜੀ ਪਲੈਨਿੰਗ ਆ ਕਿ ਤੁਹਾਡੇ ਨਾਲ ਆ ਕੇ ਬੈਠਿਆ ਜਾਵੇ, ਕਿ ਤੁਸੀਂ ਫਿਰ ਉਹਨਾਂ ਨੂੰ ਬਣਾਉਣੇ ਕਿ ਕਿੰਨੇ ਕੁ ਤੁਹਾਡੇ ਟਰੱਕ ਸ਼ੁਰੂਆਤ ਕਰੋ, ਕਿਸ ਤਰ੍ਹਾਂ ਚੱਲਣਾ ਹੈ, USA ਜਾਣਾ ਹੈ, ਲੋਡ ਕੀ ਆ, ਤੁਸੀਂ ਮੈਨੂੰ ਦੱਸੀ ਚੱਲੋ। ਤੇ ਮੈਂ ਜੇ ਮੈਨੂੰ ਲੱਗੂਗਾ ਮੈਂ ਸਵਾਲ ਪੁੱਛੀ ਜਾਊਂਗਾ। ਜੇ ਮੈਂ ਵੀ ਨਵੀਂ ਸਮਝੋ ਕੰਪਨੀ ਬਾਰੇ ਪੁੱਛ ਰਿਹਾ ਜੀ, ਜੇ ਮੈਂ ਡਰਾਈਵਰ ਬੈਠਾ ਤੁਹਾਡੇ ਕੋਲੇ ਜਾਂ ਕੰਪਨੀ ਨੂੰ ਰਨ ਕਰਨ ਲਈ ਸ਼ੁਰੂ ਕਰਨ ਲਈ ਬੈਠਾ ਜੀ। ਕੋਈ ਗੱਲ ਨਹੀਂ ਬਰਾੜ ਸਾਹਿਬ, ਆਪਾਂ ਤੁਹਾਨੂੰ ਪ੍ਰੋਗਰਾਮ ਦੀ ਸੀਰੀਜ਼ ਜਦੋਂ ਖਤਮ ਹੋਣੀ ਉਦੋਂ ਤੱਕ ਪੂਰਾ ਟ੍ਰੇਨ ਕਰ ਦੇਣਾ ਜੀ। ਤੇ ਇਸ ਤਰ੍ਹਾਂ ਜੀ ਦੇਖੋ, ਪਲੈਨਿੰਗ ਤੇ ਕਿਸੇ ਵੀ ਬਿਜ਼ਨਸ ਦਾ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ ਜੀ। ਇਕੱਲੀ ਟਰੱਕਿੰਗ ਇੰਡਸਟਰੀ ਨਹੀਂ, ਕੋਈ ਵੀ ਇੰਡਸਟਰੀ ਹੈ, ਤੁਸੀਂ ਕਿਸੇ ਵੀ ਬਿਜ਼ਨਸ ਸਟਾਰਟ ਕਰਦੇ ਹੋ, ਰੈਸਟੋਰੈਂਟ ਸਟਾਰਟ ਕਰਦੇ ਹੋ, ਟਰੱਕਿੰਗ ਇੰਡਸਟਰੀ ਸਟਾਰਟ ਕਰਦੇ ਹੋ, ਕੋਈ ਵੀ ਸੇ ਐਨੀ ਬਿਜ਼ਨਸ, ਪਲੈਨਿੰਗ ਇਜ਼ ਅ ਵੈਰੀ ਇੰਪੋਰਟੈਂਟ ਪਾਰਟ ਜੀ। ਤੇ ਜੇ ਤੁਸੀਂ ਮਾਰਕੀਟ ਦੀ ਰਿਸਰਚ ਨਹੀਂ ਕੀਤੀ, ਪਲੈਨਿੰਗ ਨਹੀਂ ਕੀਤੀ, ਤੇ ਫਿਰ ਉਹ ਕਈ ਵਾਰੀ ਤੁਹਾਨੂੰ ਸਰਪ੍ਰਾਈਜ਼ਸ ਹੁੰਦੇ ਬਾਅਦ ਦੇ ਵਿੱਚ ਕਿ ਮੈਂ ਕੀ ਸੋਚਿਆ ਸੀ ਤੇ ਇਹ ਕੀ ਹੋ ਗਿਆ ਜੀ। ਤੇ ਉਹ ਕਈ ਵਾਰੀ ਸਰਪ੍ਰਾਈਜ਼ ਇੰਨੇ ਕੁ ਵੀ ਹੁੰਦੇ ਕਿ ਤੁਸੀਂ ਹਮੇਸ਼ਾ ਲਈ ਡੀਮੋਰਲਾਈਜ਼ ਹੋ ਜਾਂਦੇ, ਮੁੜ ਕੇ ਤੁਸੀਂ ਕਦੇ ਡੇਅਰ ਵੀ ਨਹੀਂ ਕਰਦੇ ਦੁਬਾਰਾ ਉਸ ਚੀਜ਼ ਨੂੰ ਟੱਚ ਕਰਨ ਲਈ। ਸੋ ਜਦੋਂ ਕੋਈ ਸਾਡੇ ਕੋਲੇ ਆਉਂਦਾ ਹੈ, ਜਦੋਂ ਕੋਈ ਦੱਸਦਾ ਹੈ ਕਿ ਜੀ ਮੈਂ ਆਪਣੀ ਆਹ ਪਲਾਨ ਕਰ ਰਿਹਾ, ਮੈਂ ਟਰੱਕਿੰਗ ਇੰਡਸਟਰੀ ਸਟਾਰਟ ਕਰ ਰਿਹਾ ਜੀ, ਤੇ ਇਸੇ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਵਾਰੀ 1-to-1 ਮੀਟਿੰਗ ਹੋ ਜਾਏ, ਉਹਦੇ ਨਾਲ ਬੈਠਿਆ ਜਾਵੇ, ਕਿਉਂਕਿ ਹਰ ਗੱਲ ਓਵਰ ਦਾ ਫੋਨ ਥੋੜੀ ਜਿਹੀ ਹਾਰਡ ਹੋ ਜਾਂਦੀ ਹੈ, ਇੰਨਾ ਟਾਈਮ ਨਹੀਂ ਹੁੰਦਾ ਉਹਨਾਂ ਨੂੰ, ਜਾਂ ਫੋਨ ਦੇ ਉੱਪਰ ਜੋ ਫੇਸ ਟੂ ਫੇਸ ਬੰਦੇ ਨਾਲ ਗੱਲ ਹੋ ਜਾਂਦੀ ਹੈ ਜੀ। ਤੇ ਉਹਨੂੰ ਥੋੜਾ ਜਿਹਾ ਪਹਿਲੀ ਗੱਲ ਤੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਹਦੀ ਪਲੈਨਿੰਗ ਵਿਦਨ ਕੈਨੇਡਾ ਕੰਮ ਕਰਨ ਦੀ ਹੈ, ਕਿ ਉਹ ਕੈਨੇਡਾ US ਕੰਮ ਕਰਨਾ ਚਾਹੁੰਦਾ ਹੈ, ਤੇ ਉਹਦੀ ਕਿੰਨੀ ਕੁ ਆਪਣਾ ਫਲੀਟ ਸਾਈਜ਼ ਮਾਈਂਡ 'ਚ ਲੈ ਕੇ ਚੱਲ ਰਿਹਾ, ਉਹਦੇ ਕਿੰਨੇ ਕੁ ਉਹਦਾ ਆਪਣੇ ਰਿਸੋਰਸਿਸ ਹੈ ਜੀ, ਠੀਕ ਹੈ। ਤੇ ਪਲੱਸ ਫਿਰ ਜੇ ਉਹਦੇ ਕੋਲ ਆਪਣੇ ਰਿਸੋਰਸਿਸ ਨਹੀਂ ਹੈ ਸਫੀਸ਼ੀਐਂਟ, ਤੇ ਉਹ ਫੰਡ ਕਿੱਥੋਂ ਅਰੇਂਜ ਕਰ ਰਿਹਾ, ਉਹਦੇ ਤੇ ਕਿੰਨਾ ਕੁ ਇੰਟਰਸਟ ਪੇ ਕਰੇਗਾ, ਉਹ ਸਾਰੀ ਚੀਜ਼ਾਂ ਥੋੜੀ ਜਿਹੀ ਬੈਠ ਕੇ ਉਹਦੇ ਨਾਲ ਡਿਸਕਸ ਕੀਤੀ ਜਾਂਦੀਆਂ, ਠੀਕ ਹੈ। ਕਿਉਂਕਿ ਦੇਖੋ, ਮੈਂ ਅੱਗੇ ਵੀ ਇੱਕ ਵਾਰੀ ਗੱਲ ਤੁਹਾਨੂੰ ਇਹ ਦੱਸੀ ਸੀ ਕਿ ਆਪਣੀ ਲੋਕਾਂ ਦੇ ਐਂਥੂਸੀਆਜ਼ਮ ਦੀ ਕਮੀ ਨਹੀਂ ਹੈ, ਠੀਕ ਹੈ, ਮਿਹਨਤ ਦੀ ਕਮੀ ਨਹੀਂ ਹੈ। ਮਿਹਨਤ ਚਾਹੇ ਉਹਨਾਂ ਤੋਂ ਦਿਨ ਰਾਤ ਤੁਸੀਂ ਟਰੱਕ ਚਲਾ ਰਹੇ, ਦੇ ਡੋਂਟ ਮਾਈਂਡ, ਕੋ ਆਪਣੇ ਪੂਰੀ ਮਿਹਨਤ ਕਰਨ ਨੂੰ ਤਿਆਰ ਹੈ। ਥੋੜੀ ਜਿਹੀ ਆਪਾਂ ਲੈਕ ਕਰ ਜਾਂਦੇ ਕਈ ਵਾਰੀ ਕਿ ਆਪਾਂ ਨੂੰ ਮਿਹਨਤ ਨੂੰ ਸਹੀ ਦਿਸ਼ਾ ਵੱਲ ਆਪਾਂ ਨਹੀਂ ਲੈ ਕੇ ਜਾਂਦੇ, ਜਾਂ ਆਪਣਾ ਟਰੈਕ ਤੇ ਨਹੀਂ ਹੁੰਦੀ ਮਿਹਨਤ, ਤੇ ਜਾਂ ਆਪਣੀ ਕੈਲਕੂਲੇਸ਼ਨ ਨਹੀਂ ਸਹੀ ਹੁੰਦੀ। ਆਪਾਂ ਕਈ ਐਕਸਪੈਂਸਿਸ ਸੋਚਦੇ ਵੀ ਨਹੀਂ ਕਿ ਇਹ ਵੀ ਐਕਸਪੈਂਸਿਸ ਹੁੰਦੇ ਆ ਸਾਡੇ, ਤੇ ਆਪਾਂ ਇੱਕ ਪਿਕਚਰ ਜਨਰਲ ਜੀ ਬਣਾ ਲੈਂਦੇ ਆ ਕਿ ਜੀ ਡਰਾਈਵਰ ਦੀ ਤਨਖਾਹ ਦੇਣੀ ਹੈ, ਟਰੱਕ ਦੇ ਤੇਲ ਪੈਣਾ ਹੈ, ਤੇ ਥੋੜੀ ਬਹੁਤੀ ਟਰੱਕ ਦੀ ਕਿਸ਼ਤ ਜਾਣੀ ਹੈ, ਤੇ ਇੰਨੀ ਕੁ ਮੇਰੀ ਕਾਸਟ ਆਣੀ ਹੈ ਜੀ, ਤੇ ਮਹੀਨੇ ਦੇ ਇੰਨਾ ਕੁ ਮੇਰਾ ਖਰਚਾ ਹੈ। ਸੋ ਮਤਲਬ ਮੋਟੇ ਜੇ ਤੁਹਾਡੇ ਮੁਤਾਬਕ ਅਸੀਂ 5-7 ਖਰਚ ਹੀ ਗਿਣਦੇ ਆ, ਹਾਂਜੀ, ਜਿਹੜੇ ਚਲੋ 10 ਕ ਲਾ ਲਓ ਤੁਸੀਂ, ਪਰ ਮੈਨੂੰ ਜੋ ਮੈਂ ਸੋਚ ਰਿਹਾ ਕਿ ਬਹੁਤ ਵੱਡੀ ਗਿਣਤੀ ਹੋ ਸਕਦੀ ਆ, ਕਿਉਂਕਿ ਕਈ ਵਾਰ ਜਿਹੜੇ ਛੋਟੇ ਮੋਟੇ ਅਸੀਂ ਉਹਨਾਂ ਨੂੰ ਗਿਣਦੇ ਹੀ ਨਹੀਂ, ਪਰ ਜਦੋਂ ਛੋਟੇ ਕਹਿੰਦੇ ਤਿਣਕੇ ਨਾਲ ਸਮੁੰਦਰ ਭਰਦਾ, ਜਦੋਂ ਐਂਡ ਆਫ ਈਅਰ ਜਾਂਦੇ ਹੋਣੇ ਆ ਜੀ, ਫਿਰ ਪਤਾ ਲੱਗਦਾ ਨਾ ਕੈਲਕੂਲੇਸ਼ਨਾਂ ਹੁੰਦੀਆਂ, ਤੇ ਆਹ ਬਣ ਕੀ ਗਿਆ ਜੀ, ਕੰਮ ਬੜਾ ਕੀਤਾ ਆਪਾਂ ਤਾਂ। ਹਾਂਜੀ, ਇਹ ਨਾਰਮਲੀ ਇਹ ਸੁਣਨ ਨੂੰ ਮੇਰੇ ਵੱਲੋਂ ਕਾਫੀ ਕਾਮਨ ਸੈਂਟੈਂਸ ਹੈ ਮੇਰੇ ਲੋਕਾਂ ਨੂੰ, ਜਿਹੜਾ ਤੁਹਾਨੂੰ ਸੁਣਨਾ ਪੈਂਦਾ, ਕਹਿੰਦੇ ਜੀ ਕੰਮ ਬਹੁਤ ਹੈ ਪਰ ਪੈਸੇ ਨਹੀਂ ਬਚਦੇ, ਕੰਮ ਬਹੁਤ ਕਰੀਦਾ, ਸਾਡਾ ਟਰੱਕ ਰੁਕਦੇ ਨਹੀਂ ਹੈ, ਵੀਕਐਂਡ ਤੇ ਵੀ ਕੰਮ ਹੈ ਸਾਡੇ ਕੋਲ, ਲੋਡ ਦੀ ਕੋਈ ਕਮੀ ਨਹੀਂ ਹੈ, ਬਟ ਐਟ ਦੀ ਐਂਡ ਆਫ ਦਾ ਈਅਰ ਅਸੀਂ ਪੱਲਿਓ ਕਿਤੇ ਨਾ ਕਿਤੋਂ ਘਰ ਤੋਂ ਲਾਈਨ ਆਫ ਕ੍ਰੈਡਿਟ ਚੱਕੀ ਦੀ ਹੈ, ਜਾਂ ਕ੍ਰੈਡਿਟ ਕਾਰਡਾਂ ਤੋਂ ਪੈਸੇ ਚੁੱਕ ਕੇ ਆਪਣੇ ਪੇ ਆਫ ਕਰ ਰਹੇ ਆ, ਸਾਡੇ ਪਿੱਛੇ ਕੋਈ ਸੇਵਿੰਗ ਨਹੀਂ ਹੋ ਰਹੀ। ਉਹਦੀ ਬੜਾ ਸਿੰਪਲ ਮੈਥਮੈਟੀਕਲ ਲੌਜਿਕ ਇਹੀ ਹੈ ਜੀ ਕਿ ਉਹਨਾਂ ਦੀ ਕੈਲਕੂਲੇਸ਼ਨ ਰੋਂਗ ਹੁੰਦੀ ਹੈ। ਉਹਨਾਂ ਨੇ ਕਈ ਐਕਸਪੈਂਸਿਸ ਆਪਣੇ ਕਾਊਂਟ ਹੀ ਨਹੀਂ ਕੀਤੇ ਹੁੰਦੇ ਕਿ ਜਿਹੜੇ ਉਹਨਾਂ ਨੂੰ ਰੈਕਰਿੰਗ ਪੈ ਰਹੇ ਆ, ਕੁਛ ਉਹਨੂੰ ਵਨ ਟਾਈਮ ਹੁੰਦੇ ਆ, ਕੁਛ ਰੈਕਰਿੰਗ ਹੁੰਦੇ ਆ। ਹੁਣ ਫੋਰ ਐਗਜ਼ਾਮਪਲ ਆਪਾਂ ਹਰੇਕ ਕੰਪਨੀ ਦੀ ਸਿਚੁਏਸ਼ਨ ਡਿਫਰੈਂਟ ਹੁੰਦੀ ਹੈ ਜੀ, ਕੋਈ ਆਪਾਂ ਦੋ ਕੰਪਨੀਆਂ ਨੂੰ ਆਪਸ ਨਹੀਂ ਕਰ ਸਕਦੇ। ਜੇ ਇੱਕ ਫੋਰ ਐਗਜ਼ਾਮਪਲ ਮੈਂ ਕਹਾਂ ਇੱਕ ਕੰਪਨੀ ਦੀ ਕਾਸਟ ਪਰ ਮਾਈਲ ਜੇ ਸਮਝ ਲਓ, ਮੈਂ ਫੋਰ ਐਗਜ਼ਾਮਪਲ ਰੱਖ ਕੇ ਚੱਲਦਾ ਕਿ $1 ਹੈਗੀ ਹੈ, ਤੇ ਦੂਸਰੀ ਕੰਪਨੀ ਦੀ ਵੀ $1 ਹੀ ਹੋਏਗੀ, ਇਹ ਪੋਸੀਬਲ ਨਹੀਂ ਹੈ।
ਉਹਦੇ ਐਕਸਪੈਂਸਿਸ ਡਿਫਰੈਂਟ ਹੋ ਸਕਦੇ ਆ। ਉਹ ਆਫਿਸ ਦਾ ਰੈਂਟ ਪੇ ਕਰ ਰਿਹਾ ਹੋਵੇ, ਉਹਦੇ ਆਫਿਸ ਦੇ ਸਟਾਫ ਦੀ ਕਿੰਨੀ ਸੈਲਰੀ ਹੈ ਜੀ, ਉਹਦੇ ਫੋਨ ਦੇ ਐਕਸਪੈਂਸਿਸ ਕਿੰਨੇ ਆ, ਉਹਦੇ ਓਵਰਹੈਡ ਹੋਰ ਕਿੰਨੇ ਆ, ਯੂਟਿਲਿਟੀਜ਼ ਕਿੰਨੀਆਂ ਪੇ ਕਰ ਰਿਹਾ ਹੈ। ਸੋ ਇਹ ਸਾਰੀ ਚੀਜ਼ਾਂ ਮੈਟਰ ਕਰਦੀਆਂ। ਇਹੀ ਚੀਜ਼ਾਂ ਅਸੀਂ ਬੈਠ ਕੇ ਉਹਦੇ ਨਾਲ ਡਿਸਕਸ ਕਰੀਦੀਆਂ, ਉਹਨੂੰ ਇੱਕ ਟਰੂ ਪਿਕਚਰ ਦੇਈਦੀ ਹੈ ਕਿ ਤੇਰੀ ਆਪਣੀ ਕਾਸਟ ਪਰ ਮਾਈਲ ਇੰਨੀ ਕੁ ਹੈਗੀ ਹੈ। ਉਹ ਸਾਡਾ ਇੱਕ ਡਿਸਪੈਚ ਟ੍ਰੇਨਿੰਗ ਪ੍ਰੋਗਰਾਮ ਵੀ ਚੱਲਦਾ ਜੀ, ਉਹਦੇ 'ਚ ਵੀ ਅਸੀਂ ਉਹਦੇ 'ਚ ਉਹਨਾਂ ਨੂੰ ਦਿਖਾਈਦਾ, ਕਿਉਂਕਿ ਮੋਸਟਲੀ ਕੈਲਕੂਲੇਸ਼ਨ ਰੋਂਗ ਹੁੰਦੀ ਹੈ। ਆਪਾਂ ਕੰਪੀਟੀਸ਼ਨ 'ਚ ਆ ਕੇ ਲੋਡ ਤੇ ਚੱਕੀ ਜਾਂਦੇ ਹਾਂ, ਲੋਡ ਤੇ ਕੰਪੀਟ ਕਰੀ ਜਾਂਦੇ ਕਿ ਜੀ ਉਹ $1.25 ਹੈ, ਮੈਂ $1.15 ਤੇ ਕਰ ਦੂੰਗਾ ਮੈਂ, ਪਰ ਐਟ ਦੀ ਐਂਡ ਆਪਾਂ ਇਹ ਨਹੀਂ ਦੇਖ ਰਹੇ ਕਿ ਮੈਂ ਆਪਣੇ ਕੋਲੋਂ ਪਾ ਕੇ ਉਹ ਲੋਡ ਨੂੰ ਕਵਰ ਕਰ ਰਿਹਾ ਕਿ ਮੈਨੂੰ ਉਸ ਤੋਂ ਬਾਅਦ ਕੁਝ ਬਚੂਗਾ ਵੀ ਜੀ। ਕਈ ਵਾਰੀ ਤੇ ਹੁੰਦਾ ਕਿ ਉਸ ਨਾਲ ਉਹ ਲੋਡ ਕਰਨ ਨਾਲੋਂ ਬੈਟਰ ਹੈ ਕਿ ਤੁਸੀਂ ਟਰੱਕ ਆਪਣਾ ਪਾਰਕ ਹੀ ਰੱਖੋ, ਕਿਉਂਕਿ ਜੇ ਤੁਸੀਂ ਸਾਰਾ ਕੁਝ ਆਪਣੇ ਪਾਕਟ 'ਚੋਂ ਪਾ ਕੇ ਅਗਲੇ ਦਾ ਕੰਮ ਕਰ ਰਹੇ ਹੋ ਤੇ ਉਹ ਤੁਹਾਨੂੰ ਐਟ ਦੀ ਐਂਡ ਕੁਝ ਨਹੀਂ ਬਚੇਗਾ। ਟਰੱਕ ਦੀ ਰਿਪੇਅਰ ਵੀ ਪਏਗੀ, ਟਰੱਕ ਦੀ ਡੈਪਰੀਸੀਏਸ਼ਨ ਵੀ ਹੈ, ਉਹਦੀ ਮੇਨਟੇਨੈਂਸ ਵੀ ਹੈ, ਉਹਦੇ ਟਾਇਰ ਵੀ ਚੇਂਜ ਹੋਣੇ ਆ, ਹਰ ਚੀਜ਼ ਦੀ ਕਾਸਟ ਪੈਂਦੀ ਹੈ ਐਟ ਦੀ ਐਂਡ ਉਹਨੂੰ, ਡਰਾਈਵਰ ਨੂੰ ਜਾਂ ਓਨਰ ਆਪਰੇਟਰ ਨੂੰ ਜਾਂ ਕੰਪਨੀ ਵਾਲਾ ਜਿਹੜਾ ਕੰਪਨੀ ਦਾ ਓਨਰ ਹੈ। ਸੋ ਇਹ ਬੇਸਿਕਲੀ ਚੀਜ਼ਾਂ ਕਈ ਵਾਰੀ ਆਪਣੇ ਥੋੜ੍ਹੇ ਜਿਹੇ ਲੋਕ ਮਿਸਕੈਲਕੂਲੇਸ਼ਨ ਕਰ ਜਾਂਦੇ ਆ। ਇੰਡਸਟਰੀ ਮਾੜੀ ਨਹੀਂ ਹੈ, ਬਟ ਜੇ ਉਹਨੂੰ ਐਜ਼ ਲੌਂਗ ਐਜ਼ ਮੈਨੂੰ ਪਤਾ ਹੈ ਕਿ ਇੱਕ ਚੀਜ਼ ਮੈਨੂੰ $2 ਕਾਸਟ ਕਰ ਰਹੀ ਹੈ, ਜੇ ਮੈਂ $1.5 ਤੇ ਕੰਮ ਕਰ ਰਿਹਾ ਤੇ ਕਿੰਨੀ ਕੁ ਦੇਰ ਮੈਂ ਸਰਵਾਈਵ ਕਰਾਂਗਾ, ਸਾਲ ਕਰ ਲਾਂਗਾ, ਕ੍ਰੈਡਿਟ ਕਾਰਡਾਂ ਤੋਂ ਪੈਸੇ ਚੁੱਕ ਕੇ ਦੇਈ ਜਾਵਾਂਗਾ, ਅਲਟੀਮੇਟਲੀ ਫਿਰ ਮੈਨੂੰ ਆਪਣੇ ਕੰਪਨੀ ਬੰਦ ਕਰਨੀ ਪਏਗੀ। ਸੋ ਜੇ ਉਹਨੂੰ ਪਹਿਲਾਂ ਹੀ ਪਤਾ ਹੈ ਕਿ ਮੇਰੀ ਇੰਨੀ ਕਾਸਟ ਹੈ ਜਾਂ ਮੇਰਾ ਬਜਟ ਹੈ, ਮੈਂ ਉਹਦੇ ਵਿੱਚ ਕੰਮ ਕਰਨਾ ਹੈ, ਫਿਰ ਉਹ ਬੰਦਾ ਇੱਕ ਮੈਂਟਲੀ ਪ੍ਰੀਪੇਅਰਡ ਹੁੰਦਾ, ਇੱਕ ਉਹ ਮਾਰ ਨਹੀਂ ਖਾਂਦਾ ਫਿਰ ਜੀ। ਸਿੱਧੂ ਸਾਹਿਬ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਰੀ ਟ੍ਰੇਨਿੰਗ ਤੁਸੀਂ ਦਿੰਦੇ ਹੋ, ਮੇਰੇ 2 ਸਵਾਲ ਹੋਣੇ ਤੁਹਾਨੂੰ, ਉਸ ਤੋਂ ਬਾਅਦ ਫਿਰ ਅਗਲਾ ਆ ਗਿਆ ਫਿਰ ਪੁੱਛੂੰਗਾ ਜੀ। ਇੱਕ ਤਾਂ ਮਤਲਬ ਆਮ ਇਹ ਗੱਲ ਕਹੀ ਜਾਂਦੀ ਆ ਜਾਂ ਮੈਂ ਸੁਣੀ ਆ ਪੁਰਾਣੇ ਬੰਦਿਆਂ ਤੋਂ ਕਿ ਅੱਜ ਤੋਂ 20 ਸਾਲ ਪਹਿਲਾਂ ਸ਼ਾਇਦ ਰੇਟ ਜ਼ਿਆਦਾ ਮਿਲਦੇ ਸੀ, ਅੱਜ ਰੇਟ ਉਹਦੇ ਬਰਾਬਰ ਜੇ ਮਸਾਂ ਹੀ ਆ। ਤੇਲ ਦੇ ਰੇਟ ਵੱਧ ਗਏ, ਹਰ ਚੀਜ਼ ਦੇ ਰੇਟ ਅਸਮਾਨ ਨੂੰ ਛੂ ਰਹੇ ਆ, ਤੇ ਰੇਟ ਜਿਹੜੇ ਲੋਡ ਦੇ ਰੇਟ ਆ, ਜਿਹੜਾ ਉਹਨਾਂ ਨੇ ਭਾਅ ਲੈਣਾ ਉਹ ਘਟਾ ਰਹੇ ਆ ਇੱਕ ਦੂਜੇ ਦੇ ਨਾਲ। ਠੀਕ ਹੈ ਜੀ, ਜਿਵੇਂ ਆਪਾਂ ਹੁਣੀ ਗੱਲ ਇਹ ਕੀਤੀ ਆ। ਠੀਕ ਹੈ ਜੀ। ਔਰ ਇੱਕ ਤਾਂ ਇਹ ਤੇ ਤੁਸੀਂ ਦੱਸਣਾ ਜੀ, ਇਹ ਜੇ ਦੇਖੋ ਮੈਂ ਕੰਪਨੀ ਸਟਾਰਟ ਕਰ ਰਿਹਾ, ਠੀਕ ਹੈ ਜੀ, ਤੁਸੀਂ ਮੈਨੂੰ ਸਾਰੀ ਪਲੈਨਿੰਗ ਦੱਸਦੀ ਵੀ ਭਾਈ ਇਦੋਂ ਘੱਟ ਤੈਨੂੰ ਵਾਰਾ ਨਹੀਂ ਖਾਂਦਾ, ਪਰ ਰੇਟ ਮੈਨੂੰ ਉਹ ਤੇ ਕੋਈ ਮੈਨੂੰ ਲੋਡ ਨਹੀਂ ਦੇ ਰਿਹਾ, ਮੈਂ ਕੀ ਕਰੂੰਗਾ ਜੀ? ਕੰਪਨੀ ਦਾ ਮੈਂ ਖੋਲ੍ਹ ਲਈ, ਕਿਉਂਕਿ ਹੋਰ ਬੰਦੇ ਉਦੋਂ ਘੱਟ ਰੇਟ ਤੇ ਲੋਡ ਚੱਕ ਰਹੇ ਆ ਤੇ ਚੱਲੀ ਜਾ ਰਹੇ ਆ। ਫਿਰ ਮੈਂ ਇੱਕ ਹੋਰ ਗੱਲ ਸੁਣਨ ਨੂੰ ਮਿਲੀ ਆ ਕਿ ਯਾਰ HST ਵੱਧ ਜਾਂਦੀ ਆ। 2 ਸਵਾਲਾਂ ਤੇ ਜਵਾਬ ਦਿਓ ਜੀ। ਓਕੇ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਲੋਡ ਦੇ ਰੇਟ ਘਟੇ ਹੈ, ਜੋ ਪਹਿਲਾਂ ਸੀ ਉਸ ਤੋਂ ਵੀ ਘਟੇ ਹੋਏ ਆ, ਜਦਕਿ ਲੌਜੀਕਲੀ ਰੇਟ ਓਵਰ ਦਾ ਟਾਈਮ ਵਧਣੇ ਚਾਹੀਦੇ ਆ ਜੀ। ਇਹ ਸਿੰਪਲ ਡਿਮਾਂਡ ਐਂਡ ਸਪਲਾਈ ਵਾਲੀ ਗੱਲ ਹੈ ਜੀ। ਠੀਕ ਹੈ ਜੀ, ਕਿਉਂਕਿ ਮਾਰਕੀਟ ਦੇ ਵਿੱਚ ਹਰ ਆਦਮੀ ਬਿਨਾਂ ਕੈਲਕੂਲੇਸ਼ਨ ਕੀਤੇ ਇਕਵਿਪਮੈਂਟ ਲਈ ਜਾ ਰਿਹਾ ਹੈ। ਟਰੱਕ ਹੈਗੇ ਅਵੇਲੇਬਲ, ਟ੍ਰੇਲਰ ਅਵੇਲੇਬਲ ਹੈ। ਫੋਰ ਐਗਜ਼ਾਮਪਲ ਮੈਂ ਸਪਲਾਇਰ ਹਾਂ, ਠੀਕ ਹੈ ਜੀ, ਮੈਂ ਤੁਹਾਨੂੰ ਲੋਡ ਦੇਣਾ ਜੀ। ਜੇ ਮੇਰੇ ਕੋਲ ਆਪਸ਼ਨਸ ਹੈਗੇ ਆ, ਮੇਰੇ ਕੋਲ ਘੱਟ ਰੇਟ ਤੇ ਕੰਮ ਕਰਨ ਵਾਲੇ ਬੰਦੇ ਹੈਗੇ ਆ, ਤੇ ਮੈਂ ਹਾਇਰ ਵਾਲਿਆਂ ਨੂੰ ਕਿਉਂ ਦੇਵਾਂਗਾ? ਠੀਕ ਹੈ ਜੀ। ਸੋ ਇਹ ਤੇ ਸਿੰਪਲ ਡਿਮਾਂਡ ਐਂਡ ਸਪਲਾਈ ਹੈਗੀ ਹੈ ਜੀ। ਪਰ ਇਹਦਾ ਇੱਕ ਦੂਜਾ ਪਹਿਲੂ ਇਹ ਵੀ ਹੈਗਾ ਵੀ ਤੁਸੀਂ ਇਹ ਦੇਖੋ ਜੀ ਕਿ ਜੇ ਤੁਸੀਂ ਫੋਰ ਐਗਜ਼ਾਮਪਲ ਤੁਹਾਨੂੰ ਆਪਣੀ ਪਿਕਚਰ ਕਲੀਅਰ ਹੈ ਕਿ ਮੇਰੀ ਕਾਸਟ $1.5 ਪਰ ਮਾਈਲ ਹੈਗੀ ਹੈ, ਤੁਸੀਂ ਕਹਿੰਦੇ ਹੋ ਨਹੀਂ ਜੀ ਪਰ ਮੈਨੂੰ ਕੋਈ ਲੋਡ ਨਹੀਂ ਦਿੰਦਾ, ਇਸ ਕਰਕੇ ਮੈਂ $1.25 ਤੇ ਕੰਮ ਕਰੀ ਜਾਊਂਗਾ ਜਾਂ ਮੈਂ $1.10 ਤੇ ਕੰਮ ਕਰਨ ਨੂੰ ਤਿਆਰ ਹੈ। ਫਿਰ ਤੁਸੀਂ ਆਪਣੇ ਆਪ ਨੂੰ ਕੁਐਸਚਨ ਪੁੱਛ ਕੇ ਦੇਖੋ ਵੀ ਤੁਸੀਂ ਕਿੰਨੀ ਕੁ ਦੇਰ ਕਰੋਗੇ, ਤੁਸੀਂ ਕਿੰਨੀ ਕੁ ਦੇਰ ਸਰਵਾਈਵ ਕਰੋਗੇ। HST ਮੁੜੇਗੀ ਜਾਂ ਉਹ ਮੁੜੇਗੀ, ਉਹ ਤੇ ਤੁਹਾਡਾ ਪਾਰਟ ਆਫ ਤੁਹਾਡਾ ਤੁਸੀਂ ਜਿਹੜੇ ਪੈਸੇ ਆਲਰੇਡੀ HST ਪੇ ਕੀਤੀ ਹੋਈ ਹੈ ਉਹ ਤੁਹਾਨੂੰ ਵਾਪਸ ਆ ਰਹੀ ਹੈ, ਗਵਰਨਮੈਂਟ ਦੇ ਰਹੀ ਹੈ ਜੀ। ਉਹਨੂੰ ਤੁਸੀਂ ਆਪਣੇ ਜਿਹੜਾ ਕੰਪਨੀ ਇਹ ਸੋਚ ਕੇ ਸਰਵਾਈਵ ਕਰ ਰਹੀ ਹੈ ਕਿ ਜੀ ਮੈਂ HST ਦੇ ਉੱਤੇ ਬਚ ਜੂਗੀ, ਉਹਦੇ ਬਚ ਜੂਗੀ, ਉਹ ਜ਼ਿਆਦਾ ਦੇਰ ਸਰਵਾਈਵ ਨਹੀਂ ਕਰਦੇ ਜੀ। ਲੋਕੀ ਵੇਟ ਕਰਦੇ ਰਹਿੰਦੇ ਜੀ, ਹਾਂਜੀ ਮੈਨੂੰ HST ਆਊਗੀ ਫਿਰ ਮੈਂ ਪੇਮੈਂਟਾਂ ਕਰ ਦੂੰਗਾ, ਮੈਂ ਇਹ ਕਰ ਦੂੰਗਾ। ਜੇ HST ਡਿਲੇ ਹੋਊਗੀ, ਤੁਹਾਡਾ CRA ਦਾ ਆਡਿਟ ਆ ਗਿਆ, ਸਾਰ HST ਰਿਲੀਜ਼ ਨਾ ਹੋਈ ਤੁਹਾਡੀ, ਫਿਰ ਕਿਸ ਤਰ੍ਹਾਂ ਸਰਵਾਈਵ ਕਰੋਗੇ? ਸੋ HST ਤੇ ਡਿਪੈਂਡੈਂਟ ਹੋਣਾ ਆਈ ਡੋਂਟ ਥਿੰਕ ਪਰ ਹੈ ਜੀ ਗੱਲ ਇਹ ਨਾ ਜਿਹੜੀ ਮੈਂ ਤੁਹਾਨੂੰ ਪੁੱਛਿਆ ਸਵਾਲ। ਮੈਜੋਰਟੀ ਆਫ ਦੀ ਕੰਪਨੀਆਂ ਜੋ ਕਈ ਵਾਰੀ ਈਵਨ ਅਸੀਂ ਕੋਈ ਆਪਣੀ ਪੇਮੈਂਟ ਲੈਣੀ ਹੈ, ਕਿਸੇ ਨੂੰ ਕਹੀਦਾ ਪੇਮੈਂਟ ਦੇ ਦਿਓ, ਕਹਿੰਦੇ ਜੀ ਸਾਡੇ HST ਦਾ ਰਿਫੰਡ ਆਉਣ ਵਾਲਾ ਤੇ ਤੁਹਾਨੂੰ ਪੇ ਕਰ ਦਾਂਗੇ। ਸੋ ਇਹ HST ਦੇ ਉੱਪਰ ਡਿਪੈਂਡੈਂਟ ਹੋਣਾ, ਇਹ ਮੇਰੇ ਹਿਸਾਬ ਨਾਲ ਤੇ ਜੀ HST ਤੇ ਡਿਪੈਂਡ ਹੋ ਕੇ ਬਿਜ਼ਨਸ ਕਰਨਾ ਉਹ ਕੋਈ ਸਿਆਣੀ ਗੱਲ ਨਹੀਂ ਹੈ ਜੀ। ਤੁਸੀਂ ਬਿਜ਼ਨਸ 'ਚੋਂ ਪੈਸੇ ਕਮਾਓ, ਬਿਜ਼ਨਸ ਇਸ ਤਰ੍ਹਾਂ ਦਾ ਕਰੋ ਕਿ ਬਿਜ਼ਨਸ ਦੇ ਵਿੱਚੋਂ ਤੁਹਾਨੂੰ ਕੁਝ ਰਿਟਰਨ ਆਵੇ,
ਜੇ ਨਹੀਂ ਉਹਦੇ 'ਚ ਤੁਹਾਨੂੰ ਰਿਟਰਨ ਆ ਰਹੀ ਤਾਂ ਕੋਈ ਆਲਟਰਨੇਟ ਸੋਰਸ ਤੁਹਾਨੂੰ ਸੋਚਣਾ ਪਏਗਾ। ਤੁਸੀਂ ਕੋਈ ਵੀ ਦੇਖੋ, ਆਪਾਂ ਸ਼ਾਪ ਖੋਲ ਕੇ ਬੈਠੇ ਜੇ, ਮੈਨੂੰ ਪਤਾ ਹੈ ਕਿ ਮੇਰੀ ਇੱਕ ਸ਼ਾਪ ਮੇਰੀ ਆ, ਮੈਂ ਚੀਜ਼ ਵੇਚ ਰਿਹਾ, ਮੈਨੂੰ ਇਹ $100 ਕਾਸਟ ਕਰ ਰਹੀ ਹੈ, ਮੈਂ $70 ਦੀ ਵੇਚੀ ਜਾਊਂਗਾ ਤਾਂ ਕਿੰਨੀ ਕੁ ਦੇਰ ਮੈਂ ਸਰਵਾਈਵ ਕਰਾਂਗਾ। ਕੰਪੀਟੀਸ਼ਨ ਠੀਕ ਹੈ, ਕੰਪੀਟੀਸ਼ਨ ਕਰਾਂਗੇ ਠੀਕ ਹੈ, ਪ੍ਰੋਬਲਮ ਆਏਗੀ ਸ਼ੁਰੂ ਦੇ 'ਚ। ਹੁਣ ਕਈ ਕੰਪਨੀਜ਼ ਹੈਗੀਆਂ ਜਿਹੜੀ ਬਹੁਤ ਪੁਰਾਣੀ ਕੰਪਨੀਜ਼ ਆ, ਕਿੰਨੇ ਸਾਲਾਂ ਤੋਂ ਐਸਟੈਬਲਿਸ਼ਡ ਆ, ਉਹ ਵੀ ਤਾਂ, ਉਹਨਾਂ ਨੂੰ ਵੀ ਤਾਂ ਲੋਡ ਮਿਲਦਾ ਹੀ ਹੈ, ਉਹ ਵੀ ਤਾਂ ਸਰਵਾਈਵ ਕਰਦੇ ਹੀ ਆ ਨਾ, ਕਿਉਂਕਿ ਉਹ ਆਪਣੇ ਰੇਟ ਤੇ ਕੰਪਰੋਮਾਈਜ਼ ਨਹੀਂ ਕਰਦੇ। ਉਹ ਕਦੇ ਵੀ ਰੇਟ ਨਾਲ ਕਦੇ ਨਹੀਂ ਉਹ ਰੇਟ ਦੇ ਉੱਪਰ ਨੈਗੋਸ਼ੀਏਟ ਕਰਦੇ, ਉਹਨਾਂ ਦੇ ਰੇਟ ਫਿਕਸ ਆ। ਜੇ ਕਿਸੇ ਨੇ ਉਹਨਾਂ ਨੂੰ ਕੰਮ ਦੇਣ, ਨਹੀਂ ਦੇਣਾ ਤਾਂ ਕਦੇ ਵੀ ਨਹੀਂ ਉਹ ਉਸ ਤੋਂ ਥੱਲੇ ਜਾਂਦੇ। ਵੈਰੀ ਗੁੱਡ। ਸੋ ਸਿੱਧੂ ਸਾਹਿਬ, ਬੜੀ ਚੰਗੀ ਗੱਲ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ, ਅੱਛਾ ਇਹ ਫਿਰ ਜਿਹੜੀ ਜਾਗਰੂਕਤਾ ਹੈ, ਮਤਲਬ ਇਹ ਆਪਾਂ ਅੱਜ ਦਾ ਪਲੈਨਿੰਗ ਦੀ ਗੱਲ ਕਰਨਾ, ਇਹਦਾ ਮਤਲਬ ਕਿਤੇ ਨਾ ਕਿਤੇ ਫਿਰ ਘਾਟ ਆ ਨਾ। ਜਦੋਂ ਅਸੀਂ ਜਾਂਦੇ ਹਾਂ ਜੀ, ਤੁਸੀਂ ਸਰਵਿਸ ਦੇ ਰੇਟ ਮੰਗਣੇ ਆ ਜਾਂ ਤੁਸੀਂ ਕਹਿੰਦੇ ਕਿ ਯਾਰ ਮੈਂ ਬਸ ਬਿਜੀ ਰਹਿਣਾ, ਇਹ ਦੋ ਚੀਜ਼ਾਂ 'ਚ ਆ ਗਿਆ ਹੈ ਨਾ। ਸੋ ਸਰਵਿਸ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਇੰਪੋਰਟੈਂਟ ਪਾਰਟ ਰੱਖਦੀ ਆ। ਸਰਵਿਸ ਮੀਨਸ ਕਿ ਜਦੋਂ ਅਸੀਂ ਲੋਡ ਚੱਕਿਆ ਕਿੰਨੇ ਵਜੇ ਪਹੁੰਚਾਉਣਾ ਹੈ, ਪ੍ਰੋਪਰ ਉਹਦਾ ਸਕੈਜੂਲਡ ਹੈਗਾ ਕਿ ਨਹੀਂ ਹੈਗਾ, ਹੈ ਨਾ। ਹਾਂਜੀ, ਉਹੀ ਨਾ ਕਿ ਤੁਸੀਂ ਆਪਣਾ ਠੀਕ ਹੈ ਕਾਸਟ ਨਾ ਕੱਟ ਕਰੋ, ਹਾਂਜੀ ਉਹਨੂੰ ਕੁਆਲਿਟੀ ਦਿਓ ਅਗਲੇ ਨੂੰ, ਕਸਟਮਰ ਨੂੰ। ਤੁਸੀਂ ਕੁਆਲਿਟੀ ਅਗਲੇ ਨੂੰ ਦਿਓਗੇ, ਟਾਈਮ ਸਿਰ ਲੋਡ ਪਹੁੰਚਾਓਗੇ। ਦੇਖੋ ਹੁਣ ਆਪਾਂ ਥੋੜੇ ਜਿਹੇ ਕੰਪਨੀ ਤੋਂ ਹਟ ਕੇ ਗੱਲ ਹੀ ਕਰ ਰਹੇ, ਆਪਾਂ ਲੋਡਸ ਬਾਰੇ ਗੱਲ ਕਰ ਰਹੇ ਹਾਂ, ਠੀਕ ਹੈ ਨਾ ਜੀ। ਲੋਡ ਤੁਸੀਂ ਪਿਕ ਕੀਤਾ, ਫੋਰ ਐਗਜ਼ਾਮਪਲ ਮੈਂ ਤੁਹਾਨੂੰ ਲੋਡ ਦਿੱਤਾ ਜੀ, ਮੇਰੀ ਐਕਸਪੈਕਟੇਸ਼ਨ ਤੁਹਾਡੇ ਤੋਂ ਕੀ ਹੋਊਗੀ? ਮੇਰੀ ਤੁਹਾਡੇ ਤੋਂ ਐਕਸਪੈਕਟੇਸ਼ਨ ਇਹੀ ਹੋਊਗੀ ਕਿ ਮੇਰਾ ਲੋਡ ਇੱਕ ਤਾਂ ਸੇਫਲੀ ਡਿਲੀਵਰ ਹੋ ਜਾਏ। ਬਿਲਕੁਲ ਠੀਕ ਹੈ। ਦੂਸਰੀ ਇਹ ਹੋਊਗੀ ਤੁਸੀਂ ਮੇਰਾ ਲੋਡ ਟਾਈਮ ਸਿਰ ਪਿਕ ਕਰ ਲਓ, ਟਾਈਮ ਸਿਰ ਡਿਲੀਵਰ ਕਰ ਦੋ, ਔਰ ਜੇ ਹੋ ਸਕੇ ਤਾਂ ਮੈਨੂੰ ਵਿੱਚੋਂ ਅਪਡੇਟ ਵੀ ਦਿੰਦੇ ਰਹੋ ਜੀ, ਤੁਹਾਡਾ ਇੱਥੇ ਪਹੁੰਚ ਗਿਆ ਜਾਂ ਸਾਰਾ ਕੁਝ ਓਕੇ ਹੈ, ਤੁਹਾਡਾ ਔਰ ਸਕੈਜੂਅਲ ਹੈ। ਜੇ ਕੋਈ ਰਸਤੇ 'ਚ ਕੋਈ ਅਨਫੋਰਸੀਨ ਸਰਕਮਸਟੈਂਸਸ ਹੋ ਗਏ ਜਾਂ ਉਹਦੇ ਕਰਕੇ ਡਿਲੇ ਹੋ ਗਈ, ਤੁਸੀਂ ਅਗਲੇ ਨੂੰ ਇਨਫੋਰਮ ਕਰ ਦਿਓ ਜੀ ਆਹ ਪ੍ਰੋਬਲਮ ਹੈ, ਤੁਹਾਡਾ ਥੋੜਾ ਜਿਹਾ ਇੰਨਾ ਲੇਟ ਹੋਏਗਾ ਜਾਂ ਅੱਗੇ ਹੋਏਗਾ ਜਾਂ ਪਿੱਛੇ ਹੋਏਗਾ। ਤੁਸੀਂ ਐਜ਼ ਲੌਂਗ ਐਜ਼ ਕਸਟਮਰ ਨੂੰ ਅਪਡੇਟਡ ਰੱਖ ਰਹੇ ਹੋ, ਉਹਨੂੰ ਸਾਰਾ ਕੁਝ ਦੇ ਰਹੇ ਹੋ, ਉਹ ਤੁਹਾਡੇ ਕੋਲ ਆਪਣੇ ਆਪ ਨੈਕਸਟ ਟਾਈਮ ਚੱਲ ਕੇ ਆਏਗਾ ਕਿ ਯਾਰ ਇਹਨੇ ਮੈਨੂੰ ਬਰਾੜ ਸਾਹਿਬ ਨੇ ਬਹੁਤ ਅੱਛੀ ਸਰਵਿਸ ਦਿੱਤੀ ਸੀ ਲਾਸਟ ਟਾਈਮ, ਪਹਿਲਾਂ ਇਹਨਾਂ ਨੂੰ ਫੋਨ ਕਰੋ, ਜੇ ਇਹਦੇ ਕੋਲ ਅਵੇਲੇਬਲ ਹੋਏਗਾ ਤੇ ਇਹਨਾਂ ਤੋਂ ਕਰਵਾਵਾਂਗੇ, ਨਹੀਂ ਤੇ ਫਿਰ ਕਿਤੇ ਹੋਰ ਨੂੰ ਪੁੱਛਾਂਗੇ। ਇਹ ਤੁਹਾਡੀ ਆਪਣੇ ਆਪ ਹੀ ਤੁਹਾਨੂੰ ਰਿਪੀਟ ਕਸਟਮਰਸ ਮਿਲਣੇ ਸ਼ੁਰੂ ਹੋ ਜਾਂਦੇ ਆ ਜੇ ਤੁਸੀਂ ਅੱਛਾ ਕੰਮ ਕਰੋਗੇ। ਜੇ ਮੈਂ ਤੁਹਾਨੂੰ ਪਹਿਲੀ ਵਾਰੀ ਮੈਸਅਪ ਕਰ ਦੂੰਗਾ, ਪਹਿਲੀ ਵਾਰੀ ਤੁਹਾਡਾ ਲੋਡ ਕੋਈ ਟਾਈਮ ਸਿਰ ਚੱਕਿਆ ਨਹੀਂ, ਤੁਸੀਂ ਵੇਟ ਕਰੀ ਜਾ ਰਹੇ ਹੋ, ਮੈਨੂੰ ਫੋਨ ਕਰ ਰਹੇ ਹੋ, ਮੈਂ ਫੋਨ ਨਹੀਂ ਆਨਸਰ ਕਰ ਰਿਹਾ, ਜਾਂ ਕਿੱਥੇ ਪਹੁੰਚ ਗਿਆ ਮੈਂ, ਜਾਂ ਮੇਰਾ ਲੋਡ ਪਹੁੰਚਿਆ ਜਾਂ ਨਹੀਂ ਪਹੁੰਚਿਆ, ਜਾਂ ਰਸਤੇ 'ਚ ਮੈਂ ਡੈਮੇਜ ਕਰਤਾ ਉਹਨੂੰ, ਤੇ ਤੁਸੀਂ ਨੈਕਸਟ ਟਾਈਮ ਮੈਨੂੰ ਕਦੇ ਵੀ ਮੇਰੇ ਬਾਰੇ ਸੋਚੋਗੇ ਵੀ ਰੇਟ ਕਹਿ ਦੇਵੇ ਜੀ, ਬਲਕਿ ਹੋਰ ਵੀ 10 ਕੰਪਨੀਆਂ ਨੂੰ ਦੱਸੋਗੇ ਜੀ ਵੀ ਇਹਦੇ ਤੋਂ ਬਚ ਕੇ ਰਹੋ ਜੀ, ਇਹਨਾਂ ਨੂੰ ਮੈਂ ਦਿੱਤਾ ਸੀ, ਇਹਨੇ ਮੈਨੂੰ ਖਰਾਬ ਕੀਤਾ ਸੀਗਾ ਜੀ। ਸਿੱਧੂ ਸਾਹਿਬ, ਇੱਕ ਤਾਂ ਹੁਣ ਓਵਰਆਲ ਜਿਹੜੀਆਂ ਆਪਣੀਆਂ ਸਰਵਿਸ ਤੁਸੀਂ ਪ੍ਰੋਵਾਈਡ ਕਰਦੇ ਆ, ਮੈਂ ਦਰਸ਼ਕੋ ਜ਼ਰੂਰ ਕਹੂੰਗਾ, ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਆ ਨਾ, ਮੈਂ ਇਹ ਨਹੀਂ ਕਿ 100% ਹੀ ਆਪਾਂ ਉਸ ਚੀਜ਼ ਆਪਾਂ ਆਧਾਰ ਨਾਲ ਲੈ ਕੇ, ਹੈ ਨਾ, ਕਿ ਕਿਸ ਤਰ੍ਹਾਂ ਕਿੰਨੀਆਂ ਕੰਪਨੀਆਂ ਮਾਰਕੀਟ ਦੇ ਵਿੱਚ ਨਵੀਆਂ ਆਉਂਦੀਆਂ। ਦੇਖੋ ਹਰ ਬੰਦਾ ਕਾਮਯਾਬੀ ਲੈਣ ਲਈ ਆਉਂਦਾ, ਪਰ ਕਾਮਯਾਬੀ ਤਾਂ ਹੀ ਮਿਲੂਗੀ ਜੇ ਉਹਦੀ ਪਲੈਨਿੰਗ ਠੀਕ ਹੈ। ਇੱਕ ਸਵਾਲ ਛੋਟਾ ਜਿਹਾ, ਉਸ ਤੋਂ ਬਾਅਦ ਤੁਸੀਂ ਆਪਣੀ ਲੋਕੇਸ਼ਨ, ਸਾਰੀਆਂ ਸੇਵਾਵਾਂ ਤੇ ਤੁਹਾਨੂੰ ਕਿਸ ਤਰ੍ਹਾਂ ਮਿਲਿਆ ਜਾ ਸਕਦਾ ਜੀ, ਹੈ ਨਾ। ਜਿਹੜਾ ਮੇਰਾ ਸਵਾਲ ਆ, ਤੁਸੀਂ ਪਹਿਲਾਂ ਨਾ ਆਪਣੀ ਕੰਪਨੀ ਬਾਰੇ ਦੱਸੋ, ਮੇਰੇ ਮਾਈਂਡ 'ਚੋਂ ਸਕਿਪ ਹੋ ਗਿਆ ਜੀ। ਬਹੁਤ ਸੋਹਣਾ ਸਵਾਲ ਸੀਗਾ, ਬਹੁਤ ਵਧੀਆ ਸਵਾਲ ਸੀ, ਉਹ ਸਕਿਪ ਹੋ ਗਿਆ। ਤੁਸੀਂ ਇੱਕ ਵਾਰੀ ਆਪਣੀ ਲੋਕੇਸ਼ਨ ਤੇ ਸੇਵਾਵਾਂ ਬਾਰੇ ਦੱਸਿਓ। ਕੋਈ ਗੱਲ ਨਹੀਂ, ਤੁਸੀਂ ਰੀਕਨਸਾਈਲ ਕਰੋ। ਸੋ ਜੀ ਕੰਪਨੀ ਸਾਡੀ ਦਾ ਨਾਮ ਹੈਗਾ ਜੀ ਸਮਾਰਟ ਟਰੱਕਿੰਗ ਕੰਸਲਟੈਂਟਸ, ਤੇ ਅਸੀਂ ਲੋਕੇਟਡ ਹੈਗੇ ਆ 1 ਗੇਟਵੇ ਬੁਲੇਵਾਰਡ ਤੇ ਜੀ, ਯੂਨਿਟ 303। ਇਹ ਸਰਵਿਸ ਅੰਟੈਰੀਓ ਦੀ ਬਿਲਡਿੰਗ ਹੈ ਜੀ, ਨੀਚੇ ਸਰਵਿਸ ਅੰਟੈਰੀਓ ਹੈ ਤੇ ਉੱਪਰ ਸਾਡਾ ਆਫਿਸ ਹੈਗਾ। ਤੇ ਅਸੀਂ ਓਪਨ ਹੁੰਦੇ ਜੀ ਸਵੇਰੇ 9 to 5:30, ਤੇ ਕਿਸੇ ਟਾਈਮ ਵੀ ਤੁਸੀਂ ਉੱਥੇ ਸਾਨੂੰ ਆ ਕੇ ਮਿਲ ਸਕਦੇ ਹੋ। ਵੈਸੇ ਤਾਂ ਕੋਈ ਅਪਾਇੰਟਮੈਂਟ ਦੀ ਲੋੜ ਨਹੀਂ ਹੈ, ਬਟ ਜੇ ਤੁਸੀਂ ਆਉਣ ਤੋਂ ਪਹਿਲਾਂ ਫੋਨ ਕਰ ਲਓਗੇ ਤੇ ਉਹ ਸਾਨੂੰ ਵੀ ਥੋੜਾ ਈਜ਼ੀ ਹੋ ਜਾਂਦਾ ਤੁਹਾਨੂੰ ਐਡਜਸਟ ਕਰਨਾ, ਤੇ ਤੁਹਾਨੂੰ ਵੀ ਵੇਟ ਨਹੀਂ ਕਰਨੀ ਪੈਂਦੀ, ਤੁਹਾਨੂੰ ਵੀ ਪਤਾ ਹੁੰਦਾ ਕਿ ਮੈਂ ਉੱਥੇ ਫੋਨ ਕਰਕੇ ਜਾ ਰਿਹਾ। ਸੋ ਸਰਵਿਸਿਜ਼ ਅਸੀਂ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਸਾਰੀਆਂ ਪ੍ਰੋਵਾਈਡ ਕਰਦੇ ਹਾਂ ਜੀ। ਕਿਸੇ ਨੇ ਕੋਈ ਨਵੀਂ ਕੰਪਨੀ ਸੈਟਅਪ ਕਰਨੀ ਹੈ, ਉਹਨੂੰ ਅਥਾਰਟੀਜ਼ ਚਾਹੀਦੀਆਂ, ਪਰਮਿਟਸ ਚਾਹੀਦੇ ਹੈ, ਉਹਨੂੰ ਕੋਈ ਕਿਸੇ ਤਰ੍ਹਾਂ ਦੀ ਵੀ ਸੇਵਾ ਚਾਹੀਦੀ ਹੈ, ਉਹ ਅਸੀਂ ਪ੍ਰੋਵਾਈਡ ਕਰਦੇ ਹਾਂ। ਔਰ ਐਗਜ਼ਿਸਟਿੰਗ ਕੰਪਨੀਜ਼ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਸੀਂ ਸੇਫਟੀ ਐਂਡ ਕੰਪਲਾਇੰਸ ਦੇ ਸਰਵਿਸਿਜ਼ ਦਿੰਦੇ ਹਾਂ ਜੀ। ਉਹਨਾਂ ਨੇ ਇਫਟਾ ਫਾਈਲਿੰਗ ਕਰਨਾ ਹੈ, ਉਹਨਾਂ ਨੇ ਆਪਣਾ ਕਾਰਬਨ ਟੈਕਸ ਫਾਈਲ ਕਰਨਾ ਹੈ, ਉਹਨਾਂ ਨੇ ਆਪਣਾ ਡਰੱਗ ਟੈਸਟ ਕਰਵਾਉਣੇ ਹੈ, ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ MTO ਦਾ, DOT ਦਾ ਜਾਂ ਇਫਟਾ ਦਾ ਆਡਿਟ ਕਈਆਂ ਦੇ ਆ ਰਿਹਾ ਕੱਲ੍ਹ। ਸੋ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਕੋਈ ਸਰਵਿਸ ਚਾਹੀਦੀ ਹੈ, ਉਹ ਮੈਨੂੰ ਮਿਲ ਸਕਦੇ ਜੀ ਆ ਕੇ, ਜਾਂ ਸਾਡੇ ਸਟਾਫ ਨਾਲ ਆ ਕੇ ਗੱਲ ਕਰ ਸਕਦੇ ਆ। ਸਾਡੇ ਇਹਦੇ 'ਚ ਕਾਫੀ ਐਕਸਪੀਰੀਅੰਸ ਹੈਗਾ ਜੀ ਇਸ ਇੰਡਸਟਰੀ ਵਿੱਚ। ਵੈਰੀ ਗੁੱਡ। ਸੋ ਦੋਸਤੋ, ਜ਼ਰੂਰ ਮੈਂ ਕਹੂੰਗਾ ਕਿ ਇੱਕ ਵਾਰੀ ਤੁਸੀਂ ਐਜ਼ ਏ
ਤੁਸੀਂ ਸੋਚ ਵੀ ਲਿਆ ਨਾ ਕਿ ਯਾਰ ਅਸੀਂ ਹਰ ਬੰਦੇ ਦੀ ਸੋਚ ਮਤਲਬ ਇੱਕ ਸੁਪਨਾ ਹੁੰਦਾ ਜਿਹੜੀ ਵੀ ਲਾਈਨ 'ਚ ਆਉਂਦਾ ਨਾ, ਉਹ ਮੈਂ ਅੱਗੇ ਹੋਰ ਤਰੱਕੀ ਕਰਾਂ। ਤੁਸੀਂ ਚਾਹੁੰਦੇ ਹੋ ਨਾ ਤੇ ਪਹਿਲਾਂ ਹੀ ਪਲੈਨਿੰਗ ਕਰ ਲਓ। ਓਕੇ, ਮੈਨੂੰ ਸਵਾਲ ਯਾਦ ਆ ਗਿਆ ਜੀ। ਹਾਂਜੀ। ਸੋ ਦੇਖੋ, ਹਰ ਬੰਦੇ ਨੂੰ ਹੁੰਦਾ ਜੀ, ਕੋਈ ਮੈਂ ਕੰਮ ਕੀਤਾ ਤੇ ਮੈਂ ਇਸ ਮਤਲਬ ਇਹਦੇ 'ਚ ਆਪ ਉਹ ਮੇਰੀ ਹੋਵੇ ਉਹ ਚੀਜ਼, ਹੈ ਨਾ। ਸੋ ਮੇਰਾ ਸਵਾਲ ਸੀਗਾ, ਇੱਕ ਤੁਹਾਡਾ ਤਜਰਬਾ ਅਨਪਲੈਨਿੰਗ, ਜਿਹਦੀ ਪਲੈਨਿੰਗ ਤੋਂ ਬਿਨਾਂ ਮਤਲਬ ਕੰਪਨੀ ਓਪਨ ਕਰ ਲਈਆਂ, ਕਿੰਨਾ ਕੁ ਡਾਟਾ ਤੁਹਾਨੂੰ ਕੁਝ ਹੈ, ਕਿੰਨਾ ਕੁ ਮਤਲਬ ਕੰਪਨੀਆਂ ਨੂੰ ਬੰਦ ਕਰਨਾ ਪੈਂਦਾ ਹੈ? ਬੜੀ ਦੁੱਖ ਦੀ ਗੱਲ ਹੁੰਦੀ ਹੈ ਜੀ ਇਹ, ਕਿਉਂਕਿ ਜਿਵੇਂ ਨਾ ਕਈ ਵਾਰ ਤੁਸੀਂ ਮਤਲਬ ਸ਼ੁਰੂ ਕਰ ਲਿਆ, ਚੱਕ ਦੋ ਫੱਟੇ ਜੀ, ਹੈ ਨਾ, ਤੇ ਉਹਨਾਂ 'ਚੋਂ ਕਾਮਯਾਬ ਕਿੰਨੀਆਂ ਕੁ ਹੋ ਜਾਂਦੀਆਂ ਜਿਨ੍ਹਾਂ ਨੇ ਪਲੈਨਿੰਗ ਪ੍ਰੋਪਰ ਨਹੀਂ ਕੀਤੀ ਹੁੰਦੀ ਗੀ, ਤੇ ਬੰਦ ਕਿੰਨੀਆਂ ਕੁ ਨੂੰ ਕਰਨੀਆਂ ਪੈਂਦੀਆਂ, ਹੈ ਕੋਈ? ਐਜ਼ ਫਾਰ ਐਜ਼ ਫਿਗਰਸ ਮੈਂ ਤੁਹਾਨੂੰ ਦੱਸਾਂ ਜਾਂ ਪਰਸੈਂਟੇਜ ਉੱਪਰ ਮੈਂ ਕੁਝ ਤੁਹਾਨੂੰ ਮੇਰੇ ਕੋਲ ਇਸ ਤਰ੍ਹਾਂ ਦਾ ਐਗਜ਼ੈਕਟ ਡਾਟਾ ਤਾਂ ਨਹੀਂ ਹੈ, ਬਟ ਜੋ ਜਿੱਥੇ ਤੱਕ ਮੇਰਾ ਮਤਲਬ ਅੰਦਾਜ਼ਾ ਮੈਂ ਤੁਹਾਨੂੰ ਦੱਸ ਸਕਦਾ ਕਿ ਹੁਣ ਜਿਹੜੇ ਲੋਕ ਆ ਰਹੇ ਆ ਨਾ ਲਾਈਨ ਦੇ, ਜੀ ਨਵੇਂ ਆ ਰਹੇ ਆ, ਮੈਂ ਫੀਲ ਕੀਤਾ ਵੀ ਉਹ ਕਾਫੀ ਰਿਸਰਚ ਕਰਕੇ ਤੇ ਪਲੈਨਿੰਗ ਕਰਕੇ ਆ ਰਹੇ ਆ। ਵੈਰੀ ਗੁੱਡ, ਠੀਕ ਹੈ ਜੀ, ਇਹਦੇ 'ਚ ਬੜੀ ਅੱਛੀ ਗੱਲ ਹੈ, ਸਾਨੂੰ ਵੀ ਉਹਦੇ ਨਾਲ ਮੋਟੀਵੇਸ਼ਨ ਮਿਲਦੀ ਹੈ। ਤੇ ਬਟ ਜਿਹੜੇ ਆਪਣੇ ਕੁਝ ਪੁਰਾਣੇ ਆ, ਜਿਹੜੇ ਲੋਕਾਂ ਨੇ ਖੋਲ੍ਹੀਆਂ ਹੋਈਆਂ, ਕੁਝ ਕੀਤੀਆਂ ਹੋਈਆਂ ਕੰਪਨੀਜ਼, ਉਹਨਾਂ ਦੀ ਮੈਂ ਐਵਰੇਜ ਲਾਈਫ 5 ਸਾਲ ਹੀ ਕਹਿੰਦਾ ਜੀ। 5 ਸਾਲਾਂ ਦੇ 'ਚੋਂ ਪ੍ਰੋਬਲਮ ਦੇ 'ਚ ਆ ਜਾਂਦੇ ਆ। ਓਕੇ, ਠੀਕ ਹੈ ਜੀ, ਬਟ ਉਹਨਾਂ ਨੂੰ ਵੀ ਸੰਭਾਲਿਆ ਜਾ ਸਕਦਾ, ਬਟ ਜੇ ਉਹ ਮੌਕੇ ਤੇ ਹੈਲਪ ਲੈ ਲੈਣ। ਪਰ ਜਦੋਂ ਸਾਰਾ ਕੁਝ ਹੋ ਜਾਂਦਾ ਉਸ ਤੋਂ ਬਾਅਦ ਜੇ ਉਹ ਕਹਿੰਦੇ ਜੀ ਹੁਣ ਸਾਨੂੰ ਇਹਦੇ 'ਚੋਂ ਕੱਢੋ, ਫਿਰ ਉਹ ਬੜਾ ਹਾਰਡ ਹੋ ਜਾਂਦਾ, ਕਿਉਂਕਿ ਉਹ ਜਿਹੜਾ ਡੈਮੇਜ ਹੋਣਾ ਹੁੰਦਾ ਉਹ ਆਲਰੇਡੀ ਹੋ ਚੁੱਕਿਆ ਹੁੰਦਾ। ਠੀਕ ਹੈ। ਬਟ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਵੀ ਹੁਣ ਜਿਹੜੇ ਅੱਜ ਕੱਲ੍ਹ ਆ ਰਹੇ ਆ, ਜਾਂ ਨਵੀਂ ਕੰਪਨੀਜ਼ ਆ ਰਹੀਆਂ ਹੈ, ਜਾਂ ਉਹਨਾਂ ਦੇ ਬੱਚੇ ਜਾਂ ਕਿਸੇ ਤਰੀਕੇ ਵੀ ਇੰਡਸਟਰੀ ਦੇ ਵਿੱਚ ਇਨਵੋਲਵ ਹੋ ਰਹੇ ਆ, ਉਹਨਾਂ ਨੇ ਕਾਫੀ ਡਾਟਾ, ਕਾਫੀ ਉਹਨਾਂ ਨੇ ਉਹਦੇ ਉੱਪਰ ਵਰਕ ਕੀਤਾ ਹੁੰਦਾ। ਤੇ ਅਸੀਂ ਤਾਂ ਜਸਟ ਉਹਨਾਂ ਨੂੰ ਇੱਕ ਕਹਿੰਦੇ ਕਿ ਉਹਨਾਂ ਨੂੰ ਆਰਗੇਨਾਈਜ਼ ਕਰਕੇ ਦੇ ਦੇਣਾ, ਉਹਨੂੰ ਨੌਲੇਜ ਹੁੰਦੀ ਹੈ, ਬਿਟਸ ਐਂਡ ਪੀਸਿਸ ਹੁੰਦੀ ਹੈ, ਉਹਨਾਂ ਨੂੰ ਸਿਰਫ ਇੱਕ ਉਹਨਾਂ ਨੂੰ ਇੱਕ ਸੈਟਲ ਕਰਕੇ ਦੇਣਾ, ਉਹਨੂੰ ਇੱਕ ਸਿਮੈਟਰੀ 'ਚ ਕਰਕੇ ਦੇਣਾ, ਅਸੀਂ ਉਹਨੂੰ ਕਰ ਦਿੰਦੇ ਹਾਂ। ਔਰ ਬੜੀ ਅੱਛੀ ਗੱਲ ਹੈ ਜੀ, ਇੰਡਸਟਰੀ ਵਾਸਤੇ ਵੀ ਬੜੀ ਅੱਛੀ ਗੱਲ ਹੈ, ਔਰ ਓਵਰਆਲ ਵੀ ਆਪਣੀ ਕਮਿਊਨਿਟੀ ਵਾਸਤੇ ਅੱਛੀ ਗੱਲ ਹੈ ਜੀ। ਬਹੁਤ ਵਧੀਆ ਜਿਹੜਾ ਆਨਸਰ ਕੀਤਾ ਜੀ ਸਿੱਧੂ ਸਾਹਿਬ ਨੇ। ਤੇ ਜ਼ਰੂਰ ਦੋਸਤੋ, ਕਈ ਵਾਰ ਸਾਨੂੰ ਲੱਗਦਾ ਹੈ ਕਿ ਅਸੀਂ ਬਹੁਤ ਮਿਹਨਤ ਕਰਦੇ ਹਾਂ, 7 ਦਿਨ ਸਾਡੇ ਟਰੱਕ ਭੱਜੇ ਹੀ ਫਿਰਦੇ ਆ, USA ਨੂੰ ਜਾਂਦੇ ਆ, ਵਾਪਸ ਆ ਜਾਂਦੇ ਆ, ਉੱਧਰ ਵੈਂਕੂਵਰ ਵਾਲੀ ਸਾਈਡ ਨੂੰ ਤੁਰੇ ਜਾਂਦੇ ਆ, ਬਹੁਤ ਚੰਗੀ ਗੱਲ ਆ। ਪਰ 4-5 ਸਾਲ ਤੁਹਾਨੂੰ ਹੋ ਗਏ, ਤੁਹਾਨੂੰ ਲੱਗਦਾ ਕਿ ਯਾਰ ਪੱਲੇ ਕੁਛ ਨਹੀਂ ਪੈ ਰਿਹਾ, HST ਨਾਲ ਅਸੀਂ ਪੇਮੈਂਟਾਂ ਕਰ ਰਹੇ ਹਾਂ, ਤੇ ਇੱਕ ਵਾਰੀ ਜ਼ਰੂਰ ਮੈਂ ਕਹੂੰਗਾ ਇਹਨਾਂ ਨਾਲ ਬੈਠੋ ਬਾਈ ਜੀ ਹੁਣਾਂ ਨਾਲ ਬੈਠ ਕੇ ਪੂਰੀ ਪਲੈਨਿੰਗ ਕਰ ਲਓ। ਤੇ ਉਹ ਜਿਹੜੀ ਪਲੈਨਿੰਗ ਹੋਊਗੀ, ਸਭ ਤੁਹਾਡੇ ਨਾਲ ਬੈਠਣਗੇ ਆ ਕੇ, ਤੇ ਮਤਲਬ ਚਾਂਸਸ ਹੁੰਦੇ ਆ, ਕਿੰਨਾ ਕੁ ਸਮਾਂ ਮਤਲਬ ਕਿਸ ਤਰ੍ਹਾਂ ਮਤਲਬ ਉਹਨੂੰ ਤੁਹਾਨੂੰ ਆ ਕੇ ਜਿਵੇਂ ਮਿਲ ਲਈ, ਹੈ ਨਾ, ਜਿਵੇਂ ਤੁਸੀਂ ਕਿਹਾ ਕਿ 5 ਸਾਲ ਜੇ ਪਲੈਨਿੰਗ ਹੀ ਨਹੀਂ ਕੀਤੀ ਜੀ, ਤੇ ਹੁਣ ਬੰਦੇ ਨੂੰ ਲੱਗਦਾ ਮੈਂ ਬਹੁਤ ਜ਼ਿਆਦਾ ਯਾਰ ਮਤਲਬ ਇੰਨੇ ਕੀ ਮਤਲਬ ਵਿੱਚ ਗੁੰਝਲਦਾਰ ਹੋਈ ਜਾਂਦੀਆਂ, ਦਿਨ ਪ੍ਰੋਬਲਮ ਇੱਕ ਦੇ ਨਾਲ ਜੁੜੀ ਜਾਂਦੀ ਆ, ਹੈ ਨਾ, ਉਹ ਸਾਰਿਆਂ ਚੋਂ ਬਾਹਰ ਕੱਢ ਲਓਗੇ? ਹਾਂਜੀ, ਡਿਪੈਂਡ ਕਰਦਾ, ਮੈਂ ਹਰੇਕ ਕੰਪਨੀ ਦੀ ਸਿਚੁਏਸ਼ਨ ਤੇ ਡਿਪੈਂਡ ਕਰਦਾ। ਕਾਫੀ ਕੇਸਿਸ ਦੇ ਵਿੱਚ ਸੋਲੂਸ਼ਨ ਹੁੰਦਾ, ਕਾਫੀ ਕੇਸਿਸ ਵਿੱਚ ਐਜ਼ ਲੌਂਗ ਐਜ਼ ਕੰਪਨੀ ਵਿਲਿੰਗ ਟੂ ਕੋਆਪਰੇਟ ਹੈਗੀ ਹੈ, ਉਹ ਵੀ ਥੋੜਾ ਜਿਹਾ ਐਫਰਟ ਕਰਨ, ਥੋੜਾ ਜਿਹਾ ਅਸੀਂ ਕਰੀਏ ਤੇ ਉਹਨੂੰ ਸੰਭਾਲਿਆ ਜਾ ਸਕਦਾ। ਬਟ ਜਦੋਂ ਇੱਕ ਵਾਰੀ ਕੰਮ ਥੋੜਾ ਜਿਹਾ ਲਾਈਨ ਤੋਂ ਉਤਰ ਜਾਂਦਾ ਤੇ ਉਹਦੇ 'ਚ ਓਵਰਨਾਈਟ ਰਿਜ਼ਲਟ ਐਕਸਪੈਕਟ ਕਰਨੇ ਥੋੜੇ ਜਿਹੇ ਮਤਲਬ ਉਹ ਫਿਜ਼ੀਬਲ ਨਹੀਂ ਹੈ ਕਿ ਸਾਡੇ ਲਈ ਵੀ, ਤੇ ਨਾ ਹੀ ਅਸੀਂ ਕਸਟਮਰ ਨੂੰ ਅਸੀਂ ਇਹੋ ਜਿਹੀ ਕੋਈ ਝੂਠੀ ਉਹਨੂੰ ਲਾਰਾ ਲਗਾਉਂਦੇ ਹਾਂ ਵੀ ਤੁਹਾਨੂੰ ਅਸੀਂ ਜੀ ਕੋਈ ਗੱਲ ਨਹੀਂ 2 ਦਿਨਾਂ 'ਚ ਠੀਕ ਕਰ ਦਾਂਗੇ, ਇਸ ਤਰ੍ਹਾਂ ਦਾ ਕਰ ਦਾਂਗੇ। ਉਹ ਜਿਹੜੀ ਡੈਮੇਜ ਹੋਈ ਹੁੰਦੀ ਹੈ ਉਹਨੂੰ ਰਿਪੇਅਰ ਕਰਨ ਦੇ ਹੌਲੀ ਹੌਲੀ ਓਵਰ ਦਾ ਟਾਈਮ ਹੁੰਦੀ ਹੈ, ਉਹਦੇ ਲਈ ਉਹਨੂੰ ਕੰਸਿਸਟੈਂਟਲੀ ਉਹਨੂੰ ਵੀ ਕੰਮ ਕਰਨਾ ਪਏਗਾ ਤੇ ਸਾਨੂੰ ਵੀ ਉਹਦੇ ਤੇ ਵਰਕ ਕਰਨਾ ਪਏਗਾ। ਬਟ ਐਵਰੀਥਿੰਗ ਇਜ਼ ਡੂਏਬਲ, ਇਹੋ ਜਿਹੀ ਕੋਈ ਗੱਲ ਨਹੀਂ ਕਿ ਹੋ ਨਹੀਂ ਸਕਦਾ, ਐਜ਼ ਲੌਂਗ ਐਜ਼ ਉਹਦੀ ਵੀ ਵਿਲਿੰਗਨੈਸ ਹੋਵੇ ਤੇ ਉਹ ਥੋੜਾ ਪੂਰਾ ਤੁਸੀਂ ਮਤਲਬ ਪਲਾਨ ਕਰਕੇ ਦੱਸ ਦੋਗੇ ਭਾਈ ਇੱਥੇ ਹੁਣ ਆਪਾਂ ਇੱਥੇ ਆਪਣੀਆਂ ਕਮੀਆਂ ਸੀ, ਇਹ ਕਮੀਆਂ ਨੂੰ ਦੂਰ ਕਰਨਾ ਤੇ ਅੱਗੇ ਨੂੰ ਮਤਲਬ ਠੀਕ ਹੋ ਜਾਓ, ਹਨਾ। ਹਾਂਜੀ, ਜੋ ਉਹਦਾ ਰੈਕੋਰਡ ਜਿਸ ਮੈਨੂੰ ਦੇਖ ਕੇ ਹਰੇਕ ਕੰਪਨੀ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਥੋੜਾ ਆਈਡੀਆ ਹੁੰਦਾ ਵੀ ਉਹ ਕਿਸ ਲੈਵਲ ਤੇ ਹੋ ਚੁੱਕਿਆ ਹੈ ਜਾਂ ਕਿੰਨਾ ਹੋ ਚੁੱਕਿਆ ਹੈ। ਕਈ ਵਾਰੀ ਸਾਨੂੰ ਕੰਪਨੀਆਂ ਦਾ ਵਲੰਟਰਲੀ ਆਡਿਟ ਕਾਲ ਕਰਨਾ ਪੈਂਦਾ ਹੈ, ਜਾਂ ਲੱਗਦਾ ਕਿ ਨਹੀਂ ਜੀ ਪਹਿਲਾਂ ਖਰਾਬ ਸੀ, ਉਹਦਾ ਸਾਰਾ ਠੀਕ ਕਰਕੇ ਫਿਰ ਅਸੀਂ ਆਪ ਉਹਨਾਂ ਨੂੰ ਵਲੰਟਰਲੀ ਬੁਲਾਉਂਦੇ ਕਿ ਹੁਣ ਸਾਡਾ ਆਡਿਟ ਕਰੋ ਜੀ, ਹੁਣ ਸਾਨੂੰ ਚੈੱਕ ਕਰੋ ਆ ਕੇ, ਤੇ ਉਹ ਕੰਪਨੀਆਂ ਪਾਸ ਹੋ ਜਾਂਦੀਆਂ, ਉਹਨਾਂ ਦੀ ਰੇਟਿੰਗ ਫਿਰ ਦੁਬਾਰਾ ਠੀਕ ਹੋ ਜਾਂਦੀ ਹੈ। ਬਟ ਉਹਦੇ ਲਈ ਥੋੜਾ ਜਿਹਾ ਤੁਹਾਨੂੰ ਐਫਰਟ ਦੋਨੋਂ ਸਾਈਡ ਤੋਂ ਐਫਰਟ ਹੈਗਾ ਜੀ, ਰਿਕੁਆਇਰਡ ਹੈ। ਸਿੱਧੂ ਸਾਹਿਬ, ਤੁਸੀਂ ਸਮਾਂ ਕੱਢਿਆ, ਬਹੁਤ ਮਿਹਰਬਾਨੀ। ਅਗਲਾ ਵੀਕ ਛੱਡ ਕੇ ਉਦੋਂ ਅਗਲੇ ਵੀਕ ਫਿਰ ਆਪਾਂ ਗੱਲਬਾਤ ਕਰਾਂਗੇ, ਔਰ ਕੋਸ਼ਿਸ਼ ਕਰਨੀ ਆ ਆਪਾਂ, ਤੁਸੀਂ ਇੱਕ ਨਾ ਰੋਜੀ ਰੋਟੀ ਵੀ ਕਮਾਉਣੀ ਹੈ ਤੇ ਨਾਲ ਇੱਕ ਸੇਵਾ ਵੀ ਹੁੰਦੀ ਆ ਕਿ ਤੁਸੀਂ ਕਿਸੇ ਨੂੰ ਬਿਲਕੁਲ ਜੈਨੂਅਨ ਸਹੀ ਐਡਵਾਈਸ ਕਰਨਾ, ਤੇ ਬੰਦਾ ਹਮੇਸ਼ਾ ਯਾਦ ਰੱਖਦਾ ਜਿਹੜੀਆਂ ਉਹ ਨਾ ਅਸੀਸਾਂ ਹੁੰਦੀਆਂ ਉਹ ਬੰਦੇ ਨੂੰ ਬਹੁਤ ਕਾਮਯਾਬ ਕਰਦੀਆਂ ਜੀ।
ਆਪਣੇ ਧਰਮ ਆਪਣੀ ਮਤਲਬ ਆਪਾਂ ਸੋਚਦੇ ਹਾਂ ਕਿ ਇਹ ਨਾ ਬਜ਼ੁਰਗ ਦੀਆਂ ਅਸੀਸਾਂ ਕਹਿੰਦੇ ਉਹਨੇ ਲੈ ਲਓ ਜੀ, ਜਾਂ ਕਿਸੇ ਗਰੀਬ ਦੀ ਅਸੀਸ ਲੈ ਲਓ, ਹੈ ਨਾ। ਸੱਚੀ ਬਹੁਤ ਵੱਡੀ ਚੀਜ਼ ਆ ਜਦੋਂ ਕੋਈ ਕੰਮ ਸ਼ੁਰੂ ਕਰਦਾ ਨਾ ਜੀ, ਉਹ ਕਿੱਦਾਂ ਮਤਲਬ ਫੀਲਿੰਗਸ ਹੁੰਦੀਆਂ ਉਹਦੀਆਂ, ਹੈ ਨਾ। ਬਿਲਕੁਲ ਵਿਰਾਟ ਸਾਹਿਬ, ਮੈਂ ਅੰਡਰਸਟੈਂਡ ਕਰਦਾ ਹਰੇਕ ਦੀ ਫੀਲਿੰਗ। ਕੋਈ ਬੰਦਾ ਕਿਸੇ ਕੋਲ ਵੀ ਇੱਥੇ ਪੈਸਾ ਐਕਸਟਰਾ ਨਹੀਂ ਹੈ ਜੀ, ਬੜੀ ਹਾਰਡ ਅਰਨਡ ਮਨੀ ਹੈ ਸਾਰਿਆਂ ਦੀ। ਔਰ ਅਸੀਂ ਤੇ ਕੰਮ ਹੀ ਇਹ ਸੋਚ ਕੇ ਸ਼ੁਰੂ ਕੀਤਾ ਸੀਗਾ ਵੀ, ਕਿਉਂਕਿ ਅਸੀਂ ਜੋ ਦੇਖਿਆ ਮਾਰਕੀਟ ਦੇ ਵਿੱਚ ਵੀ ਲੋਕਾਂ ਕੋਲੇ ਸਾਰਾ ਕੁਝ ਹੈਗਾ, ਪਰ ਉਹਨਾਂ ਨੂੰ ਸਿਰਫ ਕੋਈ ਗਾਈਡ ਕਰਨ ਵਾਲੇ ਬੰਦੇ ਨਹੀਂ ਸੀਗੇ। ਜਿਹੜੇ ਸੀਗੇ ਵੀ ਉਹਨਾਂ ਨੂੰ ਇੰਨੇ ਪ੍ਰੋਪਰਲੀ ਉਹ ਟ੍ਰੇਡ ਨਹੀਂ ਸੀ, ਜਾਂ ਕਿਸ ਤਰ੍ਹਾਂ ਉਹਨਾਂ ਨੂੰ ਪ੍ਰੋਪਰਲੀ ਗਾਈਡੈਂਸ ਨਹੀਂ ਸੀ ਮਿਲ ਰਹੀ। ਸੋ ਅਸੀਂ ਜਦੋਂ ਮਰਜ਼ੀ ਸਾਨੂੰ ਕੋਈ ਕੰਸਲਟ ਕਰ ਸਕਦਾ ਜੀ, ਕੰਸਲਟੇਸ਼ਨ ਦੀ ਕੋਈ ਫੀਸ ਨਹੀਂ ਹੈ। ਉਹ ਸਾਡੇ ਨਾਲ ਘੰਟਾ ਬੈਠਣ, 2 ਘੰਟੇ ਬੈਠਣ, ਉਸ ਤੋਂ ਬਾਅਦ ਜੋ ਸੈਟੀਸਫਾਈ ਹੋਣਗੇ ਤੇ ਸਾਡੇ ਨਾਲ ਸਾਈਨ ਅਪ ਕਰਨ, ਨਹੀਂ ਤੇ ਕੋਈ ਪ੍ਰੋਬਲਮ ਨਹੀਂ। ਵੈਰੀ ਗੁੱਡ ਸਿੱਧੂ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਇੱਕ ਵਾਰੀ ਫਿਰ ਲੋਕੇਸ਼ਨ ਤੇ ਤੁਹਾਨੂੰ ਮਿਲਣ ਦਾ ਸਮਾਂ, ਤੇ ਹਫਤੇ ਦੇ ਵਿੱਚ ਕਿੰਨੇ ਦਿਨ ਤੁਹਾਡਾ ਆਫਿਸ ਓਪਨ ਹੁੰਦਾ ਹੈ? ਸਮਾਰਟ ਟਰਕਿੰਗ ਕੰਸਲਟੈਂਟਸ ਕੰਪਨੀ ਦਾ ਨਾਮ ਹੈ ਜੀ, 1 ਗੇਟਵੇ ਬੁਲੇਵਰਡ, ਯੂਨਿਟ 303 ਬਰੈਂਪਟਨ ਦੇ ਵਿੱਚ ਹੈ ਜੀ। ਅਸੀਂ ਓਪਨ ਹੁੰਦੇ ਹਾਂ ਜੀ 9 ਤੋਂ ਲੈ ਕੇ 5:30 ਵਜੇ ਤੱਕ ਵੀਕਡੇਜ਼ ਦੇ ਵਿੱਚ, ਤੇ ਸੈਟਰਡੇਜ਼ ਅਸੀਂ ਓਪਨ ਹੁੰਦੇ ਹਾਂ ਜੀ 9:30 ਵਜੇ ਤੋਂ ਲੈ ਕੇ 3 ਵਜੇ ਤੱਕ। ਕਿਸੇ ਟਾਈਮ ਵੀ ਤੁਸੀਂ ਵਾਕ ਇਨ ਕਰ ਸਕਦੇ ਹੋ, ਤੁਹਾਨੂੰ ਕੋਈ ਅਪਾਇੰਟਮੈਂਟ ਬਣਾਉਣ ਦੀ ਲੋੜ ਨਹੀਂ ਹੈ। ਤੇ ਅਸੀਂ ਆਲਵੇਜ਼ ਉੱਥੇ ਕੋਈ ਨਾ ਕੋਈ, ਮੈਂ ਹੋਏਗਾ ਜਾਂ ਕੋਈ ਨਾ ਕੋਈ ਹੋਰ ਸਟਾਫ ਉੱਥੇ ਅਵੇਲੇਬਲ ਹੋਏਗਾ ਤੁਹਾਡੀ ਹੈਲਪ ਆਊਟ ਕਰਨ ਨੂੰ ਜੀ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਥੈਂਕ ਯੂ ਜੀ ਵਿਰਾਟ ਸਾਹਿਬ, ਥੈਂਕ ਯੂ ਜੀ। ਸੋ ਦੋਸਤੋ, ਇਹ ਸੀ ਸਾਡਾ ਟਰੱਕਿੰਗ ਦੇ ਨਾਲ ਸੰਬੰਧਿਤ ਪ੍ਰੋਗਰਾਮ। ਹਰਜੀਤ ਸਿੱਧੂ ਸਾਹਿਬ ਸਟੂਡੀਓ ਵਿੱਚ ਪਹੁੰਚੇ ਹੋਏ ਸੀ। ਹੁਣ ਸਮਾਂ ਇੱਕ ਬ੍ਰੇਕ ਦਾ ਹੋਇਆ। ਬ੍ਰੇਕ ਤੋਂ ਬਾਅਦ ਹਰਜਿੰਦਰ ਗਿੱਲ ਹੋਣੀ ਤੋਂ ਮੂਵੀ ਲੈ ਕੇ ਆਏ ਸੀ ਤੁਣਕਾ ਤੁਣਕਾ, ਬਹੁਤ ਸੋਹਣੀ ਮੂਵੀ ਸੀਗੀ। ਸੋ ਉਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ, ਥੋੜ੍ਹੀਆਂ ਜਿਹੀਆਂ ਰਾਜਨੀਤੀ ਦੀਆਂ ਗੱਲਾਂ ਬਾਤਾਂ ਵੀ ਕਰਾਂਗੇ। ਇੱਕ ਛੋਟੀ ਜਿਹੀ ਬ੍ਰੇਕ, ਅਸੀਂ ਹੁਣੀ ਗਏ, ਹੁਣੀ ਵਾਪਸ ਆਏ ਜੀ।